ਗੁਰੂ ਨਾਨਕ ਪਦ ਪੰਕਜ ਬੰਦਨਾ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨਾ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਵਿਗਨਨ ਕੀ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪਰਗਾਸਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਵਿਨਾਸ਼ਨ ਸੋਏ ਲੋਹਰਾ समाध मूर्छा तीन अवस्था सबन प्रकाशे पावा पाव निज अनसूत सबन में देखे ओहि देखन हार उर्जाव वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਵਿਚਾਰਾਂ ਸਰਪਣ ਕਰ ਰਹੇ ਸੀ ਜੋ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਅਧਿਆਤਮਕ ਬਿਰਤੀ ਦੀਆਂ ਡੂੰਘੀਆਂ ਵਿਚਾਰਾਂ ਜੋ ਨਾਮ ਸਿਮਰਨ ਭਜਨ ਬੰਦਗੀ ਵਾਲਿਆਂ ਦੇ ਸਮਝ ਆਉਣ ਵਾਲੀਆਂ ਗੱਲਾਂ ਔਰ ਨਾਮ ਜਪਣ ਵਾਲਿਆਂ ਵਾਸਤੇ ਮਾਰਗਦਰਸ਼ਨ ਕਰਨ ਵਾਲੀਆਂ ਵਿਚਾਰਾਂ ਭਾਈ ਦਇਆ ਸਿੰਘ ਜੀ ਦੱਸ ਰਹੇ ਸੀ। ਤਾਂ ਆਪਾਂ ਪਿੱਛੇ ਜਾਗਤ ਸੁਪਨ ਸੁਖੋਪਤੀ ਤੁਰੀਆ ਆਤਮ ਭੂਪਤ ਕੀ ਹੈ ਕੁਰੀਆ, ਸਾਡਾ ਆਤਮਾ ਰਾਜਾ ਕਿੱਥੇ ਕਿੱਥੇ ਵਸਦਾ ਹੈ, ਜਾਗਤ ਵਿੱਚ ਸੁਪਨੇ ਵਿੱਚ ਵੀ ਇਹ ਰਹਿੰਦਾ ਹੈ ਅਤੇ ਸੁਖੋਪਤੀ ਵਿੱਚ ਵੀ ਰਹਿੰਦਾ ਹੈ ਤੇ ਤੁਰੀਆ ਅਵਸਥਾ ਵਿੱਚ ਵੀ ਰਹਿੰਦਾ ਹੈ। ਆਪਾਂ ਪਿਛਲੇ ਤਿੰਨਾਂ ਦੀ ਗੱਲ ਕੀਤੀ ਸੀ, ਅੱਗੇ ਤੁਰੀਆ ਅਵਸਥਾ ਦੀ ਗੱਲ ਕਰਦੇ ਆ। ਤੁਰੀਆ ਅਵਸਥਾ ਸਮਾਧੀ ਇਹ ਵੀ ਤਿੰਨਾਂ ਦੇ ਵਿੱਚ ਵਰਤਦੀ ਹੈ, ਜਾਗਰਤ ਵਿੱਚ ਵੀ, ਸੁਪਨੇ ਵਿੱਚ ਵੀ, ਸੁਖੋਪਤੀ ਵਿੱਚ ਵੀ। ਭਾਵ ਜਿਹੜੇ ਨਾਮ ਜਪਣ ਵਾਲੇ ਹੈ ਉਹ ਜਾਗਦੇ ਹੋਏ ਵੀ ਆਪਣੇ ਆਰਾਮ ਦੇ ਵਿੱਚ ਹੈ, ਆਰਾਮ ਦੇ ਵਿੱਚ ਵੀ ਜਾਗਦੇ ਆ, ਸੁੱਤੇ ਹੋਏ ਵੀ ਜਾਗਦੇ ਆ। ਬੁੱਲੇ ਸ਼ਾਹ ਕਹਿੰਦਾ ਦੁਨੀਆ ਕੀ ਜਾਣੇ ਸਾਧੂ ਸੁੱਤੇ ਆ ਕਿ ਜਾਗਦੇ। ਭਾਵ ਆਮ ਜਨਤਾ ਨੂੰ ਕੀ ਪਤਾ ਕਿ ਸਾਧੂ ਕਿਹੜੀ ਅਵਸਥਾ ਵਿੱਚ ਹਨ। ਤੁਰੀਆ ਅਵਸਥਾ ਜਿਹੜੀ ਹੈ ਮਨੁੱਖ ਦੀ ਨਾਮ ਜਪਣ ਵਾਲਿਆਂ ਦੀ, ਉਹ ਜਾਗਰਤ ਵਿੱਚ ਵੀ ਸੁਚੇਤ ਹੁੰਦੇ ਹੈ, ਸੁੱਤੇ ਹੋਏ ਵੀ ਸੁਚੇਤ ਹੁੰਦੇ ਆ ਔਰ ਸੁਪਨੇ ਵਿੱਚ ਵੀ ਉਹ ਸੁਚੇਤ ਹੁੰਦੇ ਆ। ਉਹ ਸੁਪਨੇ ਵਿੱਚ ਵੀ ਸੁਪਨੇ ਨਾਲ ਨਹੀਂ ਰਲਦੇ, ਸੁਪਨੇ ਨੂੰ ਵੇਖਣ ਵਾਲੇ ਹੁੰਦੇ। ਜਾਗਰਤ ਵਿੱਚ ਵੀ ਸੰਸਾਰ ਨੂੰ ਦੇਖਣ ਵਾਲੇ ਹੁੰਦੇ ਆ, ਸੰਸਾਰ ਵਿੱਚ ਮਿਕਸ ਨਹੀਂ ਹੁੰਦੇ। ਔਰ ਇਸੇ ਤਰ੍ਹਾਂ ਹੀ ਸੁਖੋਪਤੀ ਉਹ ਅਗਿਆਨਤਾ ਵਿੱਚ ਵੀ ਗਿਆਨ ਵਿੱਚ ਹੁੰਦੇ ਨੇ। ਆਓ ਇਸ ਤੁਰੀਆ ਅਵਸਥਾ ਦੀ ਗੱਲ ਆਪਾਂ ਅੱਗੇ ਆਰੰਭ ਕਰਕੇ ਸਰਵਣ ਕਰੀਏ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ।
ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ ਗੱਜ ਕੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ समाध मूर्छा तीन अवस्था सबन प्रकाशे भावा भाव। ਕਹਿਣ ਲੱਗੇ ਤੁਰਿਆ ਕੀ ਹੈ? ਤੁਰਿਆ ਅਵਸਥਾ ਵਿੱਚ ਮੂਰਛਾ ਮਤਲਬ ਸਮਾਧੀ, ਤਿੰਨਾਂ ਅਵਸਥਾਵਾਂ ਵਿੱਚ, ਜਾਗਰਤ ਵਿੱਚ ਵੀ, ਸੁੱਤੇ ਹੋਏ ਸੁਪਨੇ ਵਿੱਚ ਵੀ, ਸੁਖੋਪਤੀ ਵਿੱਚ ਵੀ, ਇਹਨਾਂ ਤਿੰਨਾਂ ਅਵਸਥਾ ਵਿੱਚ ਹੋਣ ਨਾ ਹੋਣ ਨੂੰ ਜਿਹੜਾ ਜਾਣਦਾ ਹੈ, ਭਾਵ ਅਸੀਂ ਕੇਵਲ ਜਾਗਤ ਨੂੰ ਹੀ ਜਾਣਦੇ ਹਾਂ, ਜਾਗਤ ਵਿੱਚ ਵੀ ਅਸੀਂ ਉਲਝੇ ਹੋਏ ਹਾਂ, ਸੁਪਨੇ ਵਿੱਚ ਤਾਂ ਉਲਝਣਾ ਹੀ ਹੈ, ਸੁਪਨੇ ਵਿੱਚ ਵੀ ਅਸੀਂ ਸੋਚਦੇ ਹਾਂ ਇਹ ਸੱਚ ਹੈ, ਅਗਿਆਨਤਾ ਵਿੱਚ ਵੀ ਅਸੀਂ ਹੁੰਦੇ ਹਾਂ। ਪਰ ਜਿਹੜੇ ਬ੍ਰਹਮ ਗਿਆਨੀ ਤੁਰਿਆ ਅਵਸਥਾ ਵਿੱਚ ਪਹੁੰਚ ਜਾਂਦੇ ਨੇ, ਉਹ ਕੀ ਹੈ ਕੀ ਨਹੀਂ ਹੈ, ਹੋਣ ਨਾ ਹੋਣ ਨੂੰ ਜਿਹੜਾ ਸਮਝਦੇ ਹਨ, ਪ੍ਰਕਾਸ਼ ਕਰਦਾ ਹੈ, ਉਸ ਨੂੰ ਤੁਰਿਆ ਅਵਸਥਾ ਕਹਿੰਦੇ ਹਨ। निज अनसूत सबन में देखै औहि देखन हार उर लियाएगा। ਔਰ ਤੁਰਿਆ ਅਵਸਥਾ ਵਿੱਚ ਰਹਿਣ ਵਾਲੇ ਆਪਣੇ ਆਪ ਨੂੰ ਸਾਰੇ ਜੀਵਾਂ ਵਿੱਚ ਮੰਨਦੇ ਹਨ ਕਿ ਸਾਰਿਆਂ ਵਿੱਚ ਮੈਂ ਹੀ ਦੇਖ ਰਿਹਾ ਹਾਂ। ਇਸ ਗੱਲ ਦੀ ਉਹਨਾਂ ਨੂੰ ਸਮਝ ਆ ਜਾਂਦੀ ਹੈ ਤਾਂ ਉਹਨਾਂ ਨੇ ਹੀ ਕਿਹਾ, ਘਟ ਘਟ ਮੈਂ ਹਰਿ ਜੋ ਬਸੈ ਸੰਤਨ ਕਹਿਓ ਪੁਕਾਰ। ਤੇ ਹਰੀ ਦਾ ਦੂਸਰਾ ਸਰੂਪ ਹੈ ਤੁਹਾਡੀ ਆਤਮਾ। ਕਬੀਰ ਸਾਹਿਬ ਜੀ ਕਹਿੰਦੇ, ਸਤ ਹੈ ਸਤ ਕਰ ਵਾਚਾ ਜਾਣ, ਆਤਮਾ ਰਾਮ ਲੇਹੋ ਪ੍ਰਵਾਨ। ਉਸੇ ਤਰ੍ਹਾਂ ਸਮਝ ਲਓ ਜਿਵੇਂ ਬਿਜਲੀ ਇੱਕੋ ਹੀ ਆ, ਪਰ ਉਸ ਨੂੰ ਵਰਤਣ ਵਾਸਤੇ ਅਸੀਂ ਕੂਲਰ ਬਣਾਇਆ, ਪੱਖੇ ਬਣਾਏ, ਫ੍ਰਿਜ ਬਣਾਏ, ਏਸੀ ਬਣਾਏ, ਗੀਜ਼ਰ ਬਣਾਏ, ਗਰਮ ਬਣਾਏ, ਠੰਡੇ ਬਣਾਏ, ਬਲਬ ਬਣਾਏ, ਟਿਊਬਾਂ ਬਣਾਈਆਂ, ਪਰ ਇਹਨਾਂ ਸਾਰਿਆਂ 'ਚ ਬਿਜਲੀ ਇੱਕੋ ਹੀ ਚੱਲ ਰਹੀ ਆ। ਕੋ ਸਤਨਾਮ। ਜਿਸ ਤਰ੍ਹਾਂ ਇਹਨਾਂ ਸਾਰੇ ਬਿਜਲੀ ਦੇ ਇੰਸਟਰੂਮੈਂਟਾਂ ਵਿੱਚ, ਇਹਨਾਂ ਪੁਰਜਿਆਂ ਵਿੱਚ ਬਿਜਲੀ ਇੱਕ ਹੈ, ਇਸੇ ਤਰ੍ਹਾਂ ਹੀ ਸਾਡੇ ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰੇ ਜੀਵਾਂ ਦੇ ਵਿੱਚ ਆਤਮਾ ਇੱਕ ਹੈ। ਨਾਮ ਜਪਣ ਵਾਲੇ ਤਾਂ ਇੱਥੋਂ ਤੱਕ ਵੀ ਪਹੁੰਚੇ ਹੋਏ ਹੈ ਕਿ ਉਹ ਦੁਨੀਆ ਨੂੰ ਬੰਨ੍ਹ ਕੇ ਰੱਖ ਦਿੰਦੇ ਨੇ। ਜਿਸ ਤਰ੍ਹਾਂ ਭਗਤ ਧਰੂ ਨੇ ਜਦੋਂ ਨਾਮ ਜਪਿਆ ਤੇ ਪਹਿਲਾਂ ਉਹ ਜੰਗਲਾਂ ਵਿੱਚ ਗਿਆ, ਉਹਨੇ ਆਪਣੀ ਭੁੱਖ ਤੇ ਕੰਟਰੋਲ ਕੀਤਾ। ਪਹਿਲਾਂ ਬੈਠਾ ਤੇ ਆਥਣ ਨੂੰ ਉੱਠ ਖੜਿਆ, ਜੰਗਲ ਵਿੱਚੋਂ ਜੋ ਖੱਖੜੀ ਕੇਲਾ ਮਿਲਿਆ ਉਹਨੇ ਖਾਧਾ। ਹਫ਼ਤਾ ਕੁ ਏਦਾਂ ਚੱਲਿਆ, ਫਿਰ ਉਹਨੇ ਸੋਚਿਆ ਵੀ ਨਹੀਂ, ਜਲਦੀ ਨਹੀਂ ਉੱਠਣਾ। ਉਸਨੇ ਫਿਰ ਤੀਜੇ ਦਿਨ ਉੱਠਣਾ ਸ਼ੁਰੂ ਕੀਤਾ। ਤੀਜੇ ਦਿਨ ਉੱਠਦਾ ਹੈ, ਜਲ ਪਾਣੀ ਛਕ ਕੇ, ਖੱਖੜੇ ਕੇਲਾ ਜੰਗਲ ਜੋ ਮਿਲਦਾ ਉਹ ਖਾ ਲੈਂਦਾ। ਉੱਥੇ ਕੋਈ ਮਾਤਾ ਤਾਂ ਬੈਠੀ ਨਹੀਂ ਵੀ ਪ੍ਰਸ਼ਾਦਾ ਬਣਾ ਕੇ ਦੇਊਗੀ। ਤੋਂ ਭਾਵ ਜੋ ਵੀ ਇਹਨੂੰ ਕਹਿੰਦੀ ਹੈ ਕੰਦ ਮੂਲ। ਕੰਦ ਹੁੰਦਾ ਉੱਤੇ ਲੱਗਿਆ ਫਲ, ਮੂਲ ਹੁੰਦਾ ਜੜ। ਜਿਵੇਂ ਮੂਲੀ ਤੇ ਗਾਜਰ ਇਹ ਮੂਲ ਹੈ, ਕੰਦ ਹੁੰਦਾ ਬਾਹਰ ਲੱਗਿਆ, ਖੱਖੜੀਆਂ, ਕਰੇਲੇ, ਖਰਬੂਜੇ ਆਦਿ ਇਹਨੂੰ ਕੰਦ ਮੂਲ ਕਹਿ ਦਿੰਦੇ ਆ। ਉਹ ਖਾ ਕੇ ਫਿਰ ਬਹਿ ਜਾਂਦਾ ਹੈ। ਇੱਕ ਮਹੀਨਾ ਉਸਨੇ ਇਸ ਤਰ੍ਹਾਂ ਲੰਘਾਇਆ। ਅਗਲੇ ਮਹੀਨੇ ਉਸਨੇ ਆਪਣੀ ਭੁੱਖ ਨੂੰ 3 ਦਿਨਾਂ ਤੋਂ ਵਧਾ ਕੇ 9 ਦਿਨਾਂ, 6 ਦਿਨਾਂ ਤੇ ਲੈ ਗਿਆ, ਫਿਰ 9 ਦਿਨਾਂ ਤੇ ਲੈ ਗਿਆ, ਫਿਰ ਮਹੀਨੇ ਤੇ ਲੈ ਗਿਆ। ਚੱਲਦਾ ਚੱਲਦਾ ਇੱਕ ਦਿਨ ਐਸਾ ਬੈਠਿਆ ਸਿਮਰਨ ਦੇ ਵਿੱਚ ਕਿ ਉੱਠਿਆ ਹੀ ਨਹੀਂ। ਔਰ ਉਸਦੇ ਇਸ ਤਰ੍ਹਾਂ ਬੈਠਣ ਦੇ ਨਾਲ ਸਾਰੀ ਸ੍ਰਿਸ਼ਟੀ ਬਚ ਗਈ। ਕਿਵੇਂ ਬਚ ਗਈ? ਉਹ ਆਪਣੇ ਸਵਾਸ ਨਾਲ ਜੁੜੇ ਤੇ ਜਿਹਦਾ ਸਵਾਸ ਹੈ, ਜਿਹੜਾ ਮੇਰੇ ਵੀ ਚੱਲ ਰਿਹਾ, ਉਹ ਤੁਹਾਡੇ ਵਿੱਚ ਵੀ ਉਹੀ ਚੱਲ ਰਿਹਾ। ਆਪਾਂ ਸਵਾਸ ਕਰਕੇ ਇੱਕ ਦੂਜੇ ਨਾਲ ਕਨੈਕਟ ਆ, ਇੱਕ ਦੂਜੇ ਨਾਲ ਜੁੜੇ ਹੋਏ ਆ। ਭਾਵੇਂ ਕਿ ਆਪਾਂ ਨੂੰ ਸੋਝੀ ਨਹੀਂ ਹੈ, ਪਰ ਨਾਮ ਜਪਣ ਵਾਲੀਆਂ ਰੂਹਾਂ ਆਪਣੇ ਸਵਾਸ ਨੂੰ ਰੋਕ ਕੇ ਸਾਰਿਆਂ ਨੂੰ ਬੰਨ੍ਹ ਕੇ ਰੱਖ ਦਿੰਦੀਆਂ, ਸਭ ਨੂੰ ਰੋਕ ਕੇ ਰੱਖ ਦਿੰਦੀਆਂ। ਐਸੀ ਹੀ ਘਟਨਾ ਘਟੀ ਜਿਸ ਵੇਲੇ ਧਰੂ ਨੇ ਆਪਣੇ ਆਪ ਨੂੰ ਕੰਟਰੋਲ ਕਰ ਲਿਆ ਤੇ ਸਵਾਸ ਰੋਕ ਲਿਆ, ਔਰ ਸਵਾਸ ਰੋਕ ਕੇ ਸਮਾਧੀ ਵਿੱਚ ਚਲਿਆ ਗਿਆ। ਤੇ ਉਸ ਵੇਲੇ ਕੀ ਹੋਇਆ? ਜਿਹੜੇ ਜੰਗਲ ਦੇ ਜਾਨਵਰ ਸੀ ਉਹ ਰੁਕ ਗਏ, ਵਗਦੇ ਪਾਣੀ ਖੜ ਗਏ, ਦਰਖਤਾਂ ਵਿੱਚੋਂ ਰਸਾ ਜਿਉਣ ਲੱਗਿਆ, ਉੜਦੇ ਪੰਛੀ ਰੁਕ ਗਏ। ਇਉਂ ਬ੍ਰਹਮਾ ਕੀ ਦੇਖਦਾ ਹੈ ਕਿ ਮੇਰੀ ਬਣਾਈ ਸਾਰੀ ਸ੍ਰਿਸ਼ਟੀ ਬੰਨ੍ਹ ਕੇ ਰੱਖ ਦਿੱਤੀ ਆ, ਤੇ ਇਹ ਸਾਰੇ ਕਹਿੰਦੇ ਭੱਜੇ ਪਰਮੇਸ਼ਰ ਕੋਲ ਗਏ।
ਪਰਮੇਸ਼ਰ ਨੂੰ ਕਹਿੰਦੇ ਮਹਾਰਾਜ ਤੁਹਾਡਾ ਕਿਹੜਾ ਭਗਤ ਹੈ ਦੁਨੀਆ ਦੇ ਵਿੱਚ, ਜਾ ਕੇ ਉਸ ਨੂੰ ਦਿਓ ਕੀ ਮੰਗਦਾ। ਦੇਖੋ ਸਾਰੀ ਦੁਨੀਆ ਉਹਨੇ ਬੰਨ ਕੇ ਖੜਾ ਦਿੱਤੀ ਆ। ਉਹ ਸਤਨਾਮ ਦੁਨੀਆ ਦੇ ਕੰਮਕਾਜ ਹੀ ਖੜ ਗਏ ਇਸ ਤਰ੍ਹਾਂ ਦਾ। ਕਿਰਪਾ ਕਰਕੇ ਤੁਸੀਂ ਜਾ ਕੇ ਉਸ ਨੂੰ ਜੋ ਮੰਗਦਾ ਦੇਣਾ ਕਰੋ। ਪਰਮੇਸ਼ਰ ਕਹਿਣ ਲੱਗੇ ਕੋਈ ਗੱਲ ਨਹੀਂ, ਮੈਂ ਦੇਖ ਰਿਹਾ ਉਸ ਦੀ ਭਗਤੀ ਨੂੰ, ਹੁਣ ਮੈਨੂੰ ਜਾਣਾ ਪੈਣਾ। ਫਿਰ ਪਰਮੇਸ਼ਰ ਆਏ ਤੇ ਧਰੋ ਨੂੰ ਦਰਸ਼ਨ ਦਿੱਤੇ, ਉਹਦੀ ਇੱਛਾ ਪੂਰੀ ਕੀਤੀ। ਇਸ ਤਰ੍ਹਾਂ ਪਰਮੇਸ਼ਰ ਦੇ ਪਿਆਰੇ ਉਹ ਜਾਣਦੇ ਆ ਕਿ ਸਾਰਿਆਂ ਵਿੱਚ ਮੈਂ ਹੀ ਵਰਤ ਰਿਹਾ, ਪਰ ਉਹ ਇਹ ਨਹੀਂ ਕਹਿੰਦੇ ਕਿ ਮੈਂ ਹਾਂ। ਮੰਨ ਲੈਂਦੇ ਆ, ਜਾਣ ਲੈਂਦੇ ਆ। ਇਹ ਜਿਹੜੀ ਹੈ ਗੁਰੂ ਪਿਆਰਿਓ ਚੌਥੀ ਅਵਸਥਾ ਹੈ ਕਿ ਨਿਜ ਅਨਸੂਤ, ਆਪਣੇ ਆਪ ਨੂੰ ਅਨਸੂਤ ਲਗਾਤਾਰ ਸਾਰਿਆਂ ਵਿੱਚ ਆਪਣੇ ਆਪ ਨੂੰ ਮਿਲਿਆ ਹੋਇਆ ਅਨੁਭਵ ਕਰੇ ਕਿ ਮੈਂ ਹੀ ਸਭ ਦੇ ਵਿੱਚ ਦੇਖਣ ਵਾਲਾ ਹਾਂ। ਜਾਗਰਤ ਥੂਲ ਬਿਰਤ ਸੋ ਮਿਲ ਕੇ, ਸੁਪਨੇ ਸੁਖ ਮੈਂ ਬਿਰਤ ਮਿਲਾਇਬ। ਜਿਹੜਾ ਜਾਗਰਤ ਵਿੱਚ ਸਥੂਲ ਦੇ ਨਾਲ ਮਿਲਦਾ ਹੈ, ਬਿਰਤੀ ਕਰਕੇ ਸਾਰਿਆਂ ਵਿੱਚ ਆਪਣੇ ਆਪ ਨੂੰ ਜਾਣਦਾ ਹੈ, ਔਰ ਸੁਪਨੇ ਵਿੱਚ ਵੀ ਸੂਖਮ ਹੋ ਕੇ ਆਪਣੀ ਬਿਰਤੀ ਨੂੰ ਉੱਚ ਮਿਲਾ ਲੈਂਦਾ ਹੈ। ਸੁਪਨੇ ਵਿੱਚ ਵੀ ਉਹ ਜਾਣਦਾ ਹੈ ਕਿ ਜੋ ਮੈਂ ਦੇਖ ਰਿਹਾ ਹਾਂ ਇਹ ਇੱਕ ਸੁਪਨਾ ਹੈ, ਮੈਂ ਦੇਖਣ ਵਾਲਾ ਹਾਂ। ਬਿਰਤ ਅਵਿਦਿਆ ਸੁਖ ਪਤ ਮੈਂ ਮੇਰਾ, ਦੇਖੇ ਜੋ ਤੁਰੀ ਅਵਸਥਾ ਗਾਵ। ਔਰ ਸੁਪਨੇ ਵੀ ਸੂਖਮ ਬਿਰਤੀ ਨਾਲ ਮਿਲ ਕੇ, ਸੁਖੋਪਤੀ ਵਿੱਚ ਅਗਿਆਨਤਾ ਨਾਲ ਮਿਲ ਕੇ ਵੀ ਜਿਹੜਾ ਗਿਆਨ ਵਿੱਚ ਰਹਿੰਦਾ ਹੈ, ਆਪਣੇ ਆਪ ਨੂੰ ਸਾਰਿਆਂ ਵਿੱਚ ਮਿਲਿਆ ਦੇਖਦਾ, ਉਸ ਨੂੰ ਤੁਰੀਆ ਅਵਸਥਾ ਕਹਿੰਦੇ ਹਨ। ਦੋਹਰਾ ਨਿਰਵਿਕਲਪ ਤਾਤੀ ਰਹਿਤਾ, ਸਾਮੇ ਮੋਇ ਸਰੂਪ। ਵਿਕਲਪ ਹੁੰਦਾ ਫੁਰਨਾ, ਨਿਰਵਿਕਲਪ ਫੁਰਨਿਆਂ ਤੋਂ ਰਹਿਤ ਹੋ ਕੇ ਜਦੋਂ ਕੋਈ ਸਾਰਿਆਂ ਵਿੱਚ ਆਪਣੇ ਆਪ ਨੂੰ ਮਿਲਿਆ ਜਾਣਦਾ ਹੈ। ਤੁਰਿਆ ਅਵਸਥਾ ਜਾਣੀਐ, ਤੁਰਿਆ ਤਤ ਅਨੂਪ। ਔਰ ਇਹ ਅਨੂਪਮ ਯਥਾਰਥ ਸੱਚ ਤਤ ਦੀ ਗੱਲ ਹੈ। ਤੁਰਿਆ ਆਤਮਕ ਤਤ ਦੀ, ਭਾਵ ਤਤ ਹੁੰਦਾ ਹੈ ਜਿਵੇਂ ਦੁੱਧ ਵਿੱਚੋਂ ਬਹੁਤ ਕੁਝ ਬਣਦਾ ਹੈ। ਦੁੱਧ ਦੇ ਵਿੱਚ ਘਿਓ ਵੀ ਮਿਲਿਆ, ਦੁੱਧ ਵਿੱਚ ਲੱਸੀ ਵੀ ਹੈ, ਦੁੱਧ ਵਿੱਚ ਦਹੀਂ ਵੀ ਹੈ, ਦੁੱਧ ਵਿੱਚ ਬਹੁਤ ਪਦਾਰਥ ਬਣਦੇ ਹੈ। ਇਸੇ ਤਰ੍ਹਾਂ ਹੀ ਜਿਹੜਾ ਜੀਵ ਆਤਮਾ ਹੈ, ਜਦੋਂ ਇਹ ਤੁਰੀਆ ਅਵਸਥਾ ਵਿੱਚ ਵੜਦਾ ਹੈ, ਉਦੋਂ ਸਾਰਿਆਂ ਵਿੱਚ ਆਪਣੇ ਆਪ ਨੂੰ ਮਿਲਿਆ ਜਾਣਦਾ ਹੈ। ਜੋ ਸਾਡੇ ਆਤਮਕ ਤੱਤ ਹੈ, ਚੇਤਨਾ ਹੈ ਜੋ ਸਾਡੇ ਵਿੱਚ ਬੋਲਦੀ ਹੈ, ਜਿਵੇਂ ਚੇਤਨਾ ਇੱਕ ਹੈ, ਸੁਰਤ ਸਾਡੀ ਇੱਕ ਹੈ, ਉਹੀ ਜੀਵ ਨਾਲ ਬੋਲਦੀ ਵੀ ਹੈ, ਉਹੀ ਕੰਨਾਂ ਨਾਲ ਸੁਣਦੀ ਵੀ ਹੈ, ਉਹੀ ਅੱਖਾਂ ਨਾਲ ਦੇਖਦੀ ਵੀ ਹੈ, ਉਹੀ ਬੁੱਧੀ ਨਾਲ ਸੋਚਦੀ ਵੀ ਹੈ, ਉਹੀ ਪੈਰਾਂ ਦੇ ਨਾਲ ਤੋੜਾ ਕੇ ਸਰੀਰ ਨੂੰ ਕਿਤੇ ਲੈ ਕੇ ਜਾਂਦੀ ਹੈ। ਉਹ ਸੁਰਤ ਹੀ ਹੱਥਾਂ ਦੇ ਨਾਲ ਕੰਮ ਕਰਾਉਂਦੀ ਹੈ, ਸੇਵਾ ਕਰਾਉਂਦੀ ਹੈ। ਜੇ ਬੰਦੇ ਦੀ ਸੁਰਤ ਹੱਥਾਂ ਵਿੱਚ ਨਾ ਆਵੇ ਤੇ ਕਹਿੰਦੇ ਸੁਰਤ ਨਾਲ ਕੰਮ ਕਰ, ਧਿਆਨ ਕਿੱਥੇ ਆ ਤੇਰਾ? ਭਾਵ ਚੇਤਨਾ ਜਿਹੜੀ ਆ ਉਹ ਸਾਡੇ ਸਰੀਰ ਦੇ ਰੋਮ ਰੋਮ ਵਿੱਚ ਨਵੀਂ ਹੋਈ ਆ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਚੇਤਨਾ ਜਿਹੜੀ ਇੱਕ ਹੈ, ਸਰੀਰ ਦੇ ਅੰਗ ਕਿੰਨੇ ਹਨ? ਗਿਣਤੀ ਕਰਨ ਵਾਲਿਆਂ ਨੇ 33 ਕਰੋੜ ਰੋਮ ਕਹੇ ਆ ਸਾਡੇ ਸਰੀਰ ਦੇ ਉੱਤੇ, ਤੇ ਰੋਮ ਰੋਮ ਵਿੱਚੋਂ ਚੇਤਨਾ ਜਿਵੇਂ ਸਮਾਈ ਹੋਈ ਹੈ, ਇਸੇ ਤਰ੍ਹਾਂ ਆਪਾਂ ਸਾਰੇ ਪਰਮੇਸ਼ਰ ਦੇ ਰੋਮ ਹਾਂ। ਆਪਾਂ ਸਾਰੇ ਪਰਮੇਸ਼ਰ ਦੇ ਸਿਰਫ ਇੱਕ ਰੋਮ ਦੇ ਬਰਾਬਰ ਹਾਂ, ਜਿਹੜੇ ਆਪਣੇ ਆਪ ਨੂੰ ਵੱਡੇ ਵੱਡੇ ਸਮਝਦੇ ਹਾਂ। ਅਸੀਂ ਬੜੇ ਹੰਕਾਰ ਦੇ ਵਿੱਚ ਵਿਚਰ ਰਹੇ ਹਾਂ, ਮੈਂ ਫਲਾਨਾ ਸੇ, ਮੈਂ ਧਿਆਕਾ ਸੇ। ਉਹ ਪਰਮੇਸ਼ਰ ਦੇ ਸਾਹਮਣੇ ਇੱਕ ਰੋਮ ਦੀ ਨਿਆਈ ਹੈ। ਪ੍ਰੀਤਮ ਜੀ ਬਾਣੀ ਚ ਲਿਖਦੇ ਹਨ, ਪਾਰ ਬ੍ਰਹਮ ਕੀ ਦੇਹ ਮੋਹ, ਕੋਟਕ ਵਿਸ਼ਨ ਮਹੇਸ਼। ਭਾਰਤ ਵਾਸੀ ਕੇਵਲ ਤਿੰਨ ਬਰਮਾ ਵਿਸ਼ਨੂੰ ਮਹੇਸ਼ ਨੂੰ ਜਾਣਦੇ ਆ। ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਬਾਣੀ ਚ ਕਹਿੰਦੇ ਇਹੋ ਜਿਹੇ ਕਰੋੜਾਂ ਹੀ ਪਰਮੇਸ਼ਰ ਵਿੱਚ ਵਸਦੇ ਆ। ਉਹ ਸਤਨਾਮ। ਪਾਰ ਬ੍ਰਹਮ ਕੀ ਦੇਹ ਮੋਹ, ਕੋਟਕ ਵਿਸ਼ਨ ਮਹੇਸ਼। ਕੋਟ ਇੰਦਰ, ਕੋਟ ਮਤਲਬ ਕਰੋੜਾ, ਕੋਟ ਇੰਦਰ ਬ੍ਰਹਮਾ ਕੀਤੇ। ਇਸੇ ਤਰ੍ਹਾਂ ਹੀ ਕਰੋੜਾ ਇੰਦਰ, ਕਰੋੜਾ ਹੀ ਬ੍ਰਹਮਾ ਵਰਗੇ। ਰੱਬ ਸੱਸ, ਚੰਦਰਮਾ ਸੂਰਜ, ਕਰੋੜ ਜਲੇਸ, ਇਹ ਵੀ ਕਰੋੜਾ ਉਹਦੇ ਦੇਹ ਵਿੱਚ ਜਗਮਾ ਕਰਦੇ ਹੈ। ਜਲੇਸ ਭਾਵ ਜਲਣਾ, ਭਾਵ ਪ੍ਰਕਾਸ਼ ਕਰਨਾ। ਸੂਰਜ ਚੰਦਰਮਾ ਵੀ ਕਰੋੜਾ ਹੀ ਹੈ।
ਅਸੀਂ ਕੇਵਲ ਆਪਣੇ ਗ੍ਰਹਿ ਦੇ, ਆਪਣੀ ਧਰਤੀ ਦੇ ਇੱਕ ਚੰਦਰਮਾ ਤੇ ਇੱਕ ਸੂਰਜ ਨੂੰ ਜਾਣਦੇ ਆ, ਪਰ ਗੁਰੂ ਗੋਬਿੰਦ ਸਿੰਘ ਜੀ ਬਹੁਤ ਗਾਹਾਂ ਦੀ ਗੱਲ ਕਰਦੇ ਆ, ਕਹਿੰਦੇ ਇਹੋ ਜਿਹੇ ਕਰੋੜਾਂ ਹੀ ਆ। ਤਾਂ ਖੈਰ ਹੁਣ ਬਿਰਤੀਆਂ ਉੱਥੇ ਰੱਖੀਏ, ਜਦੋਂ ਕੋਈ ਇਸ ਤੱਤ ਨੂੰ ਜਾਣ ਲਵੇ ਤੇ ਉਹ ਸੱਚ ਨੂੰ ਜਾਣ ਲੈਂਦਾ ਹੈ, ਤੇ ਸੱਚ ਨੂੰ ਜਾਣਨਾ ਬੜਾ ਜ਼ਰੂਰੀ ਹੈ। ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਕਹਿ ਦਿੱਤਾ, ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣ ਹਾਰਾ, ਆਪੇ ਦੇਖੈ ਆਪੇ ਬੂਝੈ, ਆਪੇ ਹੈ ਬਣਜਾਰਾ। ਅੰਧਲਾ ਨੀਚ ਜਾਤ ਪਰਦੇਸੀ, ਖਿਨ ਆਵੈ ਤਿਲ ਜਾਵੈ, ਤਾਂ ਕਿ ਸੰਗਤ ਨਾਨਕ ਰਹਿੰਦਾ ਕਿਉਂ ਪਰ ਮੂੜਾ ਪਾਵੇ। ਨਾਨਕ ਤੋਂ ਭਾਵ ਇੱਥੇ ਹੈ ਪਰਮੇਸ਼ਰ, ਪਰਮੇਸ਼ਰ ਇਹਦੇ ਨਾਲ ਰਹਿੰਦਾ ਹੈ, ਇਹ ਆਪ ਹੀ ਸਭ ਕੁਝ ਹੈ, ਇਹ ਖੁਦ ਪਰਮੇਸ਼ਰ ਦੀ ਹੀ ਅੰਸ਼ ਹੈ। ਜਿਵੇਂ ਸੋਨੇ ਚੋਂ ਰੱਤੀ ਸੋਨਾ ਵੀ ਸੋਨਾ ਹੈ, ਤੋਲਾ ਸੋਨਾ ਵੀ ਸੋਨਾ ਹੈ, ਕਿਲੋ ਵੀ ਸੋਨਾ ਹੈ, ਕਿਨਕਾ ਵੀ ਸੋਨਾ ਹੈ। ਇਸ ਕਰਕੇ ਉਹ ਪਰਮੇਸ਼ਰ ਕੀੜੀ ਵਿੱਚ ਵੀ ਹੋਣਾ ਹੈ, ਹਾਥੀ ਵਿੱਚ ਵੀ ਹੋਣਾ ਹੈ, ਸਾਰੀ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ ਹੈ। ਇਹ ਹੈ ਸੁੰਦਰ ਤੱਤ ਦੀ ਗੱਲ। ਤੁਰਿਆ ਅਵਸਥਾ ਵਿੱਚ ਸਵਈਆ ਚੰਦ ਜਾਗਰਤ ਆਦ ਸਮਾਦੰਤ, ਲੋਤ੍ਰਿਦਾ ਬਾਣੀ ਮਲਨ ਸੋ ਜੀਵ। ਜੀਵ ਅਤੇ ਸਾਖੀ ਜਾਗਰਤ ਲੋ ਕੇ ਆਦ ਤੋਂ ਲੈ ਕੇ ਸਮਾਧੀ ਦੇ ਅੰਤ ਤੱਕ ਤਿੰਨਾਂ ਸਰੀਰਾਂ ਦਾ ਜੋ ਅਭਿਮਾਨੀ ਹੈ, ਭਾਵ ਤਿੰਨਾਂ ਸਰੀਰਾਂ ਦਾ ਜੋ ਵਸਣ ਵਾਲਾ ਹੈ, ਤਿੰਨਾਂ ਸਰੀਰਾਂ ਦੇ ਵਿੱਚ ਰਹਿਣ ਵਾਲਾ ਹੈ। ਪਿਛਲੇ ਦਿਨੀ ਆਪਾਂ ਇੱਥੇ ਗੱਲ ਛੱਡੀ ਸੀ ਕਿ ਸਾਡੇ ਅੰਦਰ ਤਿੰਨ ਸਰੀਰ ਹਨ, ਇੱਕ ਬਾਹਰ ਦਿਖਾਈ ਦੇ ਰਿਹਾ ਹੈ, ਇਹਨੂੰ ਅਸਥੂਲ ਸਰੀਰ ਕਹਿੰਦੇ ਆ, ਇੱਕ ਇਹਦੇ ਵਰਗਾ ਹੀ ਜਿਹੜਾ ਇਹਦੇ ਵਿੱਚੋਂ ਨਿਕਲ ਕੇ ਜਾਂਦਾ ਹੈ ਮੌਤ ਵੇਲੇ। ਨਿਕਲਣਾ ਬੜਾ ਔਖਾ ਲੱਗਦਾ ਹੈ, ਨਾਮ ਜਪਣ ਵਾਲੇ ਸਹਿਜੇ ਨਿਕਲ ਜਾਂਦੇ ਆ, ਤੇ ਜਿਹੜੇ ਮਨਮੁਖ ਅਗਿਆਨੀ ਹਨ ਉਹ ਸਰੀਰ ਨੂੰ ਛੱਡਣ ਵੇਲੇ ਬੜੇ ਤੜਫਦੇ ਆ। ਕਈ ਕਾਰਨ ਹੋ ਜਾਂਦੇ ਆ, ਸਰੀਰ ਛੱਡਣ ਨੂੰ ਜੀ ਨਹੀਂ ਕਰਦਾ, ਧੀਆਂ ਪੁੱਤਾਂ ਦਾ ਖਿਆਲ ਆ ਗਿਆ, ਸੰਪਤੀ ਦਾ ਖਿਆਲ ਆ ਗਿਆ, ਕਿਸੇ ਵਸਤੂ ਨਾਲ ਜੁੜਿਆ ਹੋਇਆ ਮੋਹ ਪਿਆ ਹੈ, ਸਰੀਰ ਨੂੰ ਛੱਡ ਕੇ ਉਹ ਚੀਜ਼ ਹੱਥੋਂ ਨਿਕਲਦੀ ਹੈ ਤਾਂ ਸਰੀਰ ਨਾਲ ਜੁੜਿਆ ਰਹਿਣਾ ਚਾਹੁੰਦਾ ਹੈ। ਇਸ ਕਰਕੇ ਉਹ ਹੈ ਸੂਖਮ ਸਰੀਰ ਜਿਹੜਾ ਇਹਦੇ ਵਿੱਚੋਂ ਨਿਕਲਦਾ ਹੈ, ਤੇ ਕਾਰਕ ਸਰੀਰ ਇਹ ਤਿੰਨੇ ਸਰੀਰਾਂ ਦੇ ਵਿੱਚ ਵਸਦਾ ਹੈ। ਤੁਰਿਆ ਜਾਗਰਤ ਆਦ ਸਭ ਹਿਨ ਹੋ, ਕਹੋ ਕਹੇ ਪ੍ਰਕਾਸ਼ੀ ਸਾਖੀ ਥੀਵ। ਔਰ ਇਸ ਤਰ੍ਹਾਂ ਉਹ ਹੀ ਇਹਨਾਂ ਤਿੰਨਾਂ ਸਰੀਰਾਂ ਦਾ ਪ੍ਰਕਾਸ਼ੀ ਭਾਵ ਇਹਨਾਂ ਦੀ ਚੇਤਨਾ ਨੂੰ ਚਲਾਉਣ ਵਾਲਾ ਹੈ। ਸਾਖੀ ਸਾਖੀ ਵੀ ਹੈ, ਭਾਵ ਜਾਣਨ ਵਾਲਾ ਵੀ ਹੈ। ਸੋ ਸਰੂਪ ਹੈ ਸੁਧ ਜੀਵ ਕੋ, ਬ੍ਰਹਮ ਰੂਪ ਲਖ ਆਨੰਦ ਸੀਵ। ਬਸ ਇਹੋ ਹੀ ਸੁਧ ਸਰੂਪ ਹੈ ਜਿਹੜਾ ਤਿੰਨਾਂ ਸਰੀਰਾਂ ਨੂੰ ਜਾਣਨਾ। ਕਾਰਕ ਸਰੀਰ, ਕਾਰਕ ਸਰੀਰ ਉਹ ਹੈ ਜਿਹੜਾ ਇਹਨਾਂ ਦੋਹਾਂ ਸਰੀਰਾਂ ਨੂੰ ਇਕੱਤਰ ਕਰਦਾ ਹੈ। ਕਾਰਨ, ਕਿਸੇ ਕਾਰਨ ਤੁਸੀਂ ਇੱਥੇ ਆਏ, ਕਥਾ ਕਾਰਨ ਇੱਥੇ ਆਏ, ਕਿਸੇ ਕਾਰਨ ਤੁਸੀਂ ਡਾਕਟਰ ਕੋਲੇ ਪਹੁੰਚ ਗਏ, ਕਿਸੇ ਕਾਰਨ ਤੁਸੀਂ ਬੱਸ ਅੱਡੇ ਤੇ ਪਹੁੰਚ ਗਏ, ਕਿਸੇ ਕਾਰਨ, ਭਾਵ ਜਿਹੜਾ ਕਾਰਨ ਸਰੀਰ ਹੈ ਨਾ ਉਹ ਇਹਨਾਂ ਦੋਹਾਂ ਸਰੀਰਾਂ ਨੂੰ ਇਕੱਠੇ ਕਰਦਾ ਹੈ। ਅੰਤਕਾਲ ਜੇ ਲక్ష్ਮੀ ਸਿਮਰੇ ਕਾਰਨ ਬਣ ਗਿਆ, ਹਾਏ ਮੈਂ ਮਰ ਗਿਆ, ਮੇਰੀ ਮਾਇਆ ਦਾ ਕੀ ਬਣੂਗਾ। ਉਹ ਕਾਰਨ ਸਰੀਰ ਇਹ ਸੂਖਮ ਸਰੀਰ ਨੂੰ ਸੱਪ ਦੀ ਜੂਨ ਵਿੱਚ ਲੈ ਗਿਆ। ਉਹ ਸਤਿਨਾਮ, ਉਹ ਸੂਖਮ ਸਰੀਰ ਜਿਹੜਾ ਸਾਡੇ ਅੰਦਰ ਹੈ, ਜਦੋਂ ਗੁਰੂਆਂ ਨੇ ਕਿਸੇ ਜੀਵ ਨੂੰ ਦੇਹ ਮੁਕਤ ਕੀਤਾ, ਸਰੀਰ ਚੋਂ ਮੁਕਤ ਕੀਤਾ, ਉਸ ਵੇਲੇ ਸਾਡਾ ਜਿਹੜਾ ਇਹ ਜੀਵ ਆਤਮਾ ਹੈ ਨਾ, ਦਿਵਿਆ ਰੂਪ ਧਾਰ ਕੇ ਕਹਿੰਦੇ ਗੁਰੂ ਦੇ ਸਾਹਮਣੇ ਆ ਗਿਆ। ਚਾਹੇ ਉਹ ਦੁਨੀ ਚੰਦ ਸੀਗਾ, ਚਾਹੇ ਉਹ ਗੁਰੂ ਪਿਆਰਿਓ ਅਜਗਰ ਸੱਪ। ਜਿਸ ਵੇਲੇ ਜੰਗਲਾਂ ਵਿੱਚ ਸ਼ਿਕਾਰ ਖੇਡਣ ਗਏ ਛੇਵੇਂ ਪਾਤਸ਼ਾਹ ਜੀ, ਤੇ ਦੁਪਹਿਰੇ ਬੈਠੇ ਆ ਕਿਸੇ ਦਰਖਤ ਹੇਠਾਂ ਵਿਚਾਰਾਂ ਚੱਲ ਰਹੀਆਂ, ਤੇ ਇੱਕ ਮੋਟਾ ਭਿਆਨਕ ਸੱਪ ਸਾਹਮਣੇ ਆ ਰਿਹਾ ਤੇ ਸਿੱਖ ਉੱਠ ਕੇ ਮਾਰਨ ਲੱਗੇ। ਤੇ ਪਾਤਸ਼ਾਹ ਕਹਿੰਦੇ ਠਹਿਰੋ, ਆ ਜਾਣ ਦਿਓ, ਮਾਰੋ ਨਾ ਇਸ ਨੂੰ। ਜਦੋਂ ਉਹ ਪਾਤਸ਼ਾਹ ਜੀ ਦੇ ਕੋਲ ਆਇਆ, ਨੇੜੇ ਆਇਆ, ਤੇ ਪਾਤਸ਼ਾਹ ਨੇ ਆਪਣੇ ਸੱਜੇ ਪੈਰ ਦਾ ਅੰਗੂਠਾ ਉਹਦੇ ਸਿਰ ਤੇ ਰੱਖਿਆ ਤੇ ਉਹ ਸਰੀਰ ਤੇ ਆ ਗਿਆ। ਸਰੀਰ ਤੇ ਆ ਕੇ ਜਿਹੜਾ ਸੂਖਮ ਸਰੀਰ ਸਾਡੇ ਵਰਗਾ ਹੀ ਰੂਪ ਹੈ ਉਹ ਸਾਹਮਣੇ ਖੜਾ ਹੋ ਗਿਆ। ਉਹਨੂੰ ਕਹਿੰਦੇ ਆ ਦਿਵਿਆ ਰੂਪ ਲੈ ਕੇ ਸਾਹਮਣੇ ਖੜਾ ਹੋ ਗਿਆ। ਪਾਤਸ਼ਾਹ ਕਹਿੰਦੇ ਓਏ ਤੂੰ ਕੌਣ ਆ, ਇਹ ਚ ਕਿਵੇਂ ਫਸ ਗਿਆ? ਕਹਿੰਦਾ ਜੀ ਮੈਂ ਇੱਕ ਪਖੰਡੀ ਸਾਧ ਸੀਗਾ, ਔਰ ਆਪਣੇ ਚੇਲਿਆਂ ਦਾ ਜਿਹੜਾ ਦਾਣਾ ਪਾਣੀ ਖਾਧਾ, ਉਹਨਾਂ ਦਾ ਸ਼ੋਸ਼ਣ ਕੀਤਾ, ਉਹਨਾਂ ਦੀ ਮਾਇਆ ਛਕੀ, ਉਹਨਾਂ ਨੂੰ ਲਾਲਚ ਦਿੱਤਾ ਕਿ ਤੁਹਾਨੂੰ ਮੈਂ ਮੁਕਤ ਕਰੂੰਗਾ, ਬਸ ਤੁਸੀਂ ਮੇਰੇ ਕੋਲੇ ਆਇਆ ਕਰੋ।
पर मैं खुद गुरु वाला नहीं सी बनिया, मैं खुद पखंड धारे हुए सन, मैनू खुद नू ज्ञान नहीं सी, लालच बस मैं लोकां दीयां वस्तुआं खांदा पींदा भोगदा रहा। ते अखीर जद मौत हुई ते जिहड़ी मैं संपत्ति लक्ष्मी इकट्ठी कीती सी, माया इकट्ठी कीती सी, जिवें पहला किसी साध नूं किसी मनुख नूं घरों चेटक लगदी है, चलो रब नूं पाउणे आ, चल पैंदा घरों, गाह जाके किते बैठ जांदा झोंपड़ी बना के, फिर उत्थे दुनिया आ जाती है, बाबा जी हुंदी है, चलो थोड़े कोड़े किसी का किसी के काम हो जाते हैं कुदरती, कदे बाबे ने करते, बस फिर वो बाबे ने वास्ते झोंपड़ी थांदी, पक्का कोठा, पक्के कोठे तो फिर कोठे ते कोठे ते फिर डेरे ते फिर डेरे तो आश्रम, ते फिर वो जिहड़ा साध घरों चलिया सी रब नूं पाउण वास्ते, वो आश्रम दे चक्कर च फस गया। कोई सतनाम। हजे गृहस्थी तां अपनी मेहनत की कमाई विच फसिया होना है, पर वो जिहड़ा दुनिया की मालक विच फस गया, और डेरे नूं अपना समझण लगदा है ते असलीयत नूं वो भुल जांदा है। ये रिद्धियां सिद्धियां परमेश्वर भेजदा ते कई रिद्धियां सिद्धियां विच ही फस के रह जांदे आ। बाबा जी होण लग जांदी है। 15-20 लोगों ने आके बेनती करती, बाबा जी साडे मुंडा नहीं हुंदा, कोई नहीं भाई हो जाऊगा, सारियां नूं कहता 2-4 दे हो गए, 5 दे हो गया तां कुदरती, पर सेरा बाबे नूं देता। को सतनाम। उन्हां 5-4 ने जाके बाहर फिर प्रचार किया, बई वसी फलाने था बाबे को गए, साडे मुंडा हो गया, बस वो 5 जने फिर 100-150 बंदा होर भेज देंदे आ, वो 100-150 फिर 5-7 का काम हो जाता है। जिन्हां दे नहीं होया वो जाना बंद कर देंदे आ, कहते छड्ड यार उत्थे की है, पर फिर जिन्हां दे हो जाता है वो गाह दी गाह उन्हां दा लौ लश्कर वधी जांदा है, फस जांदे आ। इस करके पातशाह जी कहते ये दुनिया जिहड़ी है इदां चक्कर च पई होई आ। कारण शरीर की गल करते सी, कारण का मतलब है जिहड़ा दादे दोनों शरीरां नूं इकट्ठे करदा है, ते वो साध जो सपने विचों निकलिया कहन लगिया ना मेरी मुक्ति हुई ते ना ही मेरे चेलियां दी मुक्ति हुई आ, जिहड़ियां कीड़ियां मेरे शरीर नूं खा रहीआं सीगीआं, इन्हां सारा दा मैं देना है। नए दिते बिन रहे ना कोई, लैण देण सारा दे चलदे, अपना लैण देण धीआं पुत्रां दा, प्यो पुत दा, मां प्यो दा, इन्हां सारिआं दा लैण देण है अपना, जिदे पूरा हो जाता उदे फिर विछड़ जाते हैं। कोई सतनाम। कोई प्यो पहला गुजर जाता, कोई बच्चा पहला चला जाता, हिसाब किताब करके। कोई सतनाम। इस करके जिहड़ा कारण शरीर है वो साडे दोहां शरीरां नूं इकट्ठे करदा है, ते वो कारण शरीर ही दोहां नूं अलग करदा है। जदों कारण बनता है, भाई साहब जी लिखते हैं, कहते इस तरह जिसने अपने सूक्ष्म शरीर नूं जान लिया वो साक्षी है, वो शुद्ध है, वो इस असली रूप है, वो ब्रह्म स्वरूप है, वो आनंद की अवस्था है। तुरिया साखी साखी तुरिया, जासे एक रूप लख लीवा। और तुरिया अवस्था दे विच साखी भाव, साक्षी भाव, खुद नूं जान लिया कि मैं कौन हाँ। तुरिया अवस्था में जाके खुद नूं जान लिया कि मैं कौन हाँ, मैं शरीर नहीं हाँ, मैं शरीर नूं वरतन वाला हाँ, ये मेरी बांह है, ये मेरी लत है, मेरा पेट आ, ये मेरा सिर है, फिर मैं किथे हाँ। कोई सतनाम। जिहदा नाम रखिया तुसीं आपदे बारे सोचो भी तुसीं किथे हो, जिहड़ा नाम लैंदे हो ये नाम केवल जानकारी वास्ते भरिया, कुछ समय वास्ते, जपन तो पहला ਇਹਦਾ ਇਹ नाम नहीं सी, मरण तो बाद भी नहीं रहना, ये विचाले जानकारी वास्ते ही उदों बाद खत्म हो जाना। इस करके वो जिहड़ी चेतना दे विचों निकलदी आ ओदा कोई नाम नहीं, वो अनामी है। अनाम है या काम है या देह है या भे है या जीत है या भीत है या वाह है या राह है, की कुछ लिखिया बाबे ने जप साहिब दे विच मूरे आड़ा ला के चेतना उत्ते लेके गए गल नूं। कोई सतनाम। तो मेरे प्रीतम जी कहते वो जिहड़ा अनामी, जदों असीं उस नूं जान लिया, तीजे पातशाह ने जदों जानिया, 65 साल वो गंगा की यात्रा करते रहे, नहीं समझ आई, नहा के मुड़े आते। एक दिन गुरु ने कृपा की, ब्रह्म ज्ञानी ने ब्रह्मचारी ने मोह ऐसा वचन खवा दिता, चोट लगी शरीर ते, दिल ते चोट लगी ते ओ चोट कम कर गई ते यह गुरु अंगद देव जी कोल पहुंच गए। सेवा करदे होया 12 साल सेवा कीती ते ओ सेवा दे दौरान उन्हां नूं अपने असली अवधि ज्ञान कराता गुरु अंगद देव महाराज जी ने।
ਤੇ ਇੱਕ ਦਿਨ ਜਦੋਂ ਖਿਆਲ ਵਿੱਚ ਬੈਠੇ ਆ, ਉਹ ਕਮਾਲ ਹੋ ਗਈ, 65-70 ਸਾਲਾਂ ਦੇ ਵਿੱਚ ਮੈਂ ਇਹ ਗੱਲ ਨੂੰ ਨਹੀਂ ਸੀ ਜਾਣਿਆ। ਜਿਹੜੀ ਗੱਲ ਮੈਨੂੰ ਗੁਰੂ ਨਾਨਕ ਨੇ ਜਨਾਈ ਆ, ਫਿਰ ਕਹਿਣ ਲੱਗੇ, ਫਿਰ ਮਸਤੀ ਵਿੱਚ ਆ ਕੇ ਗਾਉਂਦੇ ਆ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ। ਇਹ ਸਾਰਾ ਕੁਝ ਅੰਦਰੋਂ ਪੈਦਾ ਹੋ ਜਾਂਦਾ ਹੈ। ਸ਼ਬਦ ਗਾਵਣੇ ਆਈਆਂ, ਸ਼ਬਦੋਂ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਤੁਸੀਂ ਵੀ ਹਰੀ ਨੂੰ ਗਾਇਆ ਕਰੋ ਜਿਨ੍ਹਾਂ ਨੇ ਹਰੀ ਨੂੰ ਹਿਰਦੇ 'ਚ ਵਸਾਇਆ। ਬਾਹਰ ਵੀ ਕਹਿੰਦੇ ਆ ਤੇ ਅੰਦਰ ਆਪਣੀਆਂ ਇੰਦਰੀਆਂ ਨੂੰ ਵੀ ਕਹਿੰਦੇ ਆ, ਰਸਨਾ ਤੂੰ ਅਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ। ਇਸ ਰਬੜੋ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ। ਇਹ ਨੇਤਰੋ ਮੇਰਿਓ ਹਰ ਤੁਮੇ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ। ਸਾਰਿਆਂ ਵਿੱਚ ਤੂੰ ਹੀ ਵਸਦਾ ਹੈ, ਸਾਰਿਆਂ ਵਿੱਚ ਹਰੀ ਵਸਦਾ ਹੈ। ਤੋ ਜੇ ਤੁਸੀਂ ਆਨੰਦ ਸਾਹਿਬ ਜੀ ਨੂੰ ਵੀ ਪੂਰਾ ਵਿਚਾਰ ਲਓ ਤੇ ਤੁਹਾਨੂੰ ਜ਼ਿੰਦਗੀ ਦਾ ਮਕਸਦ ਸਮਝ ਆ ਜਾਊਗਾ। ਕੋ ਸਤਨਾਮ ਦੀ ਸ਼ਬਦੋਂ ਦਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ, ਕਹੇ ਨਾਨਕ ਇਹੋ ਆਨੰਦ ਹੈ। ਇਹੋ ਇਧਰ ਨੂੰ ਗਿਆ ਖਿਆ ਆਪਣੇ ਆਪੇ ਵੱਲ, ਇਹ ਆਨੰਦ ਹੈ। ਆਨੰਦ ਗੁਰੂ ਤੇ ਜਾਣਿਆ, ਮੈਂ ਆਪਣੇ ਆਪ ਨੂੰ ਜਾਣਨਾ ਹੀ ਆਨੰਦ ਹੈ। ਭਗਤਾਂ ਨੇ ਬਾਣੀ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਤੇ ਉਹ ਵੀ ਕਹਿੰਦੇ ਹਨ ਭਗਤ ਜੀ ਆਪਣੇ ਆਪੇ ਨੂੰ ਖੋਜ, ਕਿਉਂ ਐਵੇਂ ਦੁਖੀ ਹੁੰਦਾ ਫਿਰਦਾ, ਤੂੰ ਕੌਣ ਹੈ, ਕਿੱਥੋਂ ਆਇਆ ਹੈ, ਜਿੱਥੋਂ ਆਇਆ ਉੱਥੇ ਵਾਪਸ ਕਿਵੇਂ ਜਾਵੇਗਾ, ਇਹਦਾ ਇੰਤਜ਼ਾਮ ਕਰ। ਕੋ ਸਤਨਾਮ। ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸੇਹਰ ਮੇਲਾ ਦਸਤਗੀਰੀ ਨਾਹੇ। ਤਾਂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਸ੍ਰਿਸ਼ਟੀ ਇੱਕ ਮੇਲਾ ਹੈ, ਇਹ ਕਿਸੇ ਦੇ ਹੱਥ 'ਚ ਫੜਿਆ ਹੋਇਆ ਨੇ, ਤੂੰ ਆਪਣੇ ਆਪੇ ਦੀ ਖੋਜ ਕਰ। ਸੋ ਸਰੂਪ ਹੈ ਸ਼ੁੱਧ ਜੀਵ ਕੋ, ਆਪਾਂ ਉਹ ਆ। ਤੁਸੀਂ ਜੋ ਆ ਦਿਖਾਈ ਦੇ ਰਿਹਾ ਇਹ ਹੈ ਹੀ ਨਹੀਂ। ਤੁਸੀਂ ਘਰੇ ਬੈਠ ਕੇ ਸੋਚਿਆ ਕਰੋ 10-15 ਮਿੰਟ 20 ਮਿੰਟ ਸਾਈਡ ਤੇ ਬੈਠ ਕੇ, ਬਈ ਮੈਂ ਕੌਣ ਆ। ਜੇ ਤੁਸੀਂ ਰੋਜ਼ ਪੁੱਛਣਾ ਸ਼ੁਰੂ ਕਰਤਾ ਮੈਂ ਕੌਣ ਆਪਣੇ ਆਪ ਨੂੰ, ਤਾਂ ਇੱਕ ਦਿਨ ਸਾਹਮਣੇ ਆ ਜਾਊਗਾ ਤੂੰ ਆ ਹੈ। ਕਿਉਂਕਿ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਦੱਸੂਗਾ। ਹਜੇ ਪੁੱਛਿਆ ਨਹੀਂ ਆਪਾਂ ਕਿ ਮੈਂ ਕੌਣ ਆ, ਹੈ ਦੱਸਦੇ ਫਿਰਦੇ ਆ ਮੈਂ ਫਲਾਣਾ ਸਿਓ, ਮੈਂ ਕਥਾਵਾਚਕ, ਮੈਂ ਗ੍ਰੰਥੀ, ਮੈਂ ਡਾਕਟਰ, ਮੈਂ ਇਹ ਮੈਂ ਉਹ। ਤੂੰ ਕੁਛ ਵੀ ਨਹੀਂ ਹੈ। ਕੋ ਸਤਿਗੁਰ ਦੀ ਵਾਹਿ। ਤੋ ਆਨੰਦ ਸਾਹਿਬ ਦੇ ਵਿੱਚ ਪਾਤਸ਼ਾਹ ਜੀ ਨੇ ਫਿਰ 40 ਸ਼ਬਦਾਂ ਦੇ ਵਿੱਚ 40 ਪੌੜੀਆਂ ਦੇ ਵਿੱਚ ਐਸਾ ਬਚਨ ਖੋਲੇ ਆ ਗੁਰੂ ਪਿਆਰਿਓ, ਕੱਲਾ ਆਨੰਦ ਸਾਹਿਬ ਹੀ ਤੁਹਾਨੂੰ ਆਨੰਦ ਵਿੱਚ ਲੈ ਜਾਊਗਾ। ਆਨੰਦ ਆਇਆ ਨਹੀਂ ਕਹਿੰਦੇ, ਜਿਹੜਾ ਆਉਂਦਾ ਉਹ ਸਵਾਦ ਹੈ, ਉਹ ਸੁੱਖ ਹੈ, ਉਹ ਦੁੱਖ ਹੈ। ਆਨੰਦ ਹੋ ਜਾਣਾ, ਆਨੰਦ ਵਿੱਚ ਜਾ ਕੇ ਬੰਦੇ ਨੂੰ ਸ੍ਰਿਸ਼ਟੀ ਭੁੱਲ ਜਾਂਦੀ ਆ, ਆਪਣਾ ਆਪਾ ਭੁੱਲ ਜਾਂਦਾ ਹੈ। ਉਸ ਆਨੰਦ, ਉਸ ਮਸਤੀ ਦੇ ਵਿੱਚ ਜਾ ਕੇ ਭੁੱਲ ਜਾਂਦਾ ਹੈ, ਇਹ ਸ੍ਰਿਸ਼ਟੀ ਵਾਲਾ ਸਿਸਟਮ ਭੁੱਲ ਜਾਂਦਾ ਹੈ, ਕੇਵਲ ਉਸ ਨੂੰ ਯਾਦ ਕਰਦਾ ਹੈ। ਮੇਰੇ ਪ੍ਰੀਤਮ ਜੀ ਕਹਿੰਦੇ ਸੋ ਸਰੂਪ ਹੈ ਸ਼ੁੱਧ ਜੀਵ ਕੋ, ਬ੍ਰਹਮ ਰੂਪ ਲਖ ਆਨੰਦ ਸੀਵ। ਉਸ ਬ੍ਰਹਮ ਸਰੂਪ ਨੂੰ ਜਾਣ ਕੇ ਆਨੰਦ ਦੀ ਸੀਮਾ ਵਿੱਚ ਪਹੁੰਚ ਜਾਵੇਗਾ। ਸੀਵ ਅਵਧੀ, ਅੰਤ ਹੋ ਜਾਂਦਾ ਹੈ। ਆਨੰਦ ਤੋਂ ਬਾਅਦ ਅੰਤ ਹੈ, ਅੰਤ ਤੋਂ ਅੱਗੇ ਕੁਝ ਵੀ ਨਹੀਂ। ਇਸੇ ਕਰਕੇ ਹਜੇ ਪਰਮੇਸ਼ਰ ਦਾ ਅੰਤ ਨਹੀਂ ਜਾਣਿਆ, ਕਿਉਂਕਿ ਹਜੇ ਆਨੰਦ ਨਹੀਂ ਆਇਆ। ਤੁਰਿਆ ਸਾਖੀ, ਸਾਖੀ ਤੁਰਿਆ, ਤੁਰਿਆ ਵਿੱਚ ਪਹੁੰਚ ਕੇ ਇਹ ਆਪਣੇ ਆਪ ਨੂੰ ਖੁਦ ਨੂੰ ਜਾਣ ਲੈਂਦਾ ਹੈ। ਤੁਰਿਆ ਸਾਖੀ, ਸਾਖੀ ਤੁਰਿਆ ਹੋ ਜਾਂਦਾ ਹੈ। ਜਾਂ ਤੇ ਇੱਕ ਰੂਪ ਲਖ ਲੀਵ, ਉਸ ਇੱਕ ਨੂੰ ਜਾਣ ਕੇ ਜਿਹੜਾ ਸਮਝ ਲਵੇ ਉਹ ਪਰਮੇਸ਼ਰ ਵਿੱਚ ਮਿਲ ਜਾਂਦਾ ਜੀ। ਈਸ਼ਰ ਪਰਮਾ ਵਿਸ਼ਨ ਰੁਦਰ ਕਹੋ, ਮੂਰਤ ਧਾਰੀ ਤ੍ਰਿਦਾ ਅਰੂਪ। ਹੁਣ ਇੱਥੇ ਬਰਮਾ ਵਿਸ਼ਨੂੰ ਮਹੇਸ਼ ਨੂੰ ਅਸੀਂ ਅਲੱਗ-ਅਲੱਗ ਵੀ ਮੰਨਦੇ ਆ, ਪਰ ਇੱਥੇ ਬ੍ਰਹਮ ਗਿਆਨੀਆਂ ਦੀ ਗੱਲ ਹੈ। ਬ੍ਰਹਮ ਗਿਆਨੀ ਕਹਿੰਦੇ ਇਹ ਤਿੰਨੇ ਰੂਪ ਵੀ ਪਰਮੇਸ਼ਰ ਨੇ ਧਾਰੇ ਹੋਏ ਆ। ਕੋ ਸਤਨਾਮ। ਇਹ ਤਿੰਨੇ ਰੂਪ ਵੀ ਪਰਮੇਸ਼ਰ ਨੇ ਧਾਰੇ ਹੋਏ ਹਨ। ਸਾਚੇ ਤੇ ਪਵਨਾ ਭਇਆ, ਅਕਾਲ ਪੁਰਖ ਤੋਂ ਇੱਕ ਰੂਪ ਹੋਇਆ ਹਵਾ। ਪਵਨ ਤੇ ਜਲ ਹੋਏ, ਹਵਾ ਠੰਡੀ ਹੋ ਕੇ ਪਾਣੀ ਬਣਿਆ। ਜਲ ਤੇ ਤ੍ਰੈ ਭਵਨ ਸਾਜਿਆ, ਜਲ ਤੋਂ ਫਿਰ ਆਪਾਂ ਨੂੰ ਸਾਰਿਆਂ ਨੂੰ ਬਣਾਇਆ, ਕੀੜੀ ਪਤੰਗੇ ਤੋਂ ਲੈ ਕੇ ਹਾਥੀ ਤੱਕ। ਕੋ ਸਤਨਾਮ। ਜਲ ਤੇ ਤ੍ਰੈ ਭਵਨ ਸਾਜਿਆ, ਘਰ ਜੋਤ, ਘਰ ਘਰ ਜੋਤ ਸਮਾਏ, ਸਾਰਿਆਂ ਦੇ ਵਿੱਚ ਆਪਣੀ ਜੋਤ ਰੱਖ ਦਿੱਤੀ। ਇਸ ਕਰਕੇ ਸਾਰਿਆਂ ਵਿੱਚ ਉਹ ਹੈ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੈਂ ਪਰਮੇਸ਼ਰ ਦਾ ਪੁੱਤਰ ਹਾਂ,
ਤੇ ਖਾਲਸੇ ਨੂੰ ਕਹਿੰਦੇ ਖਾਲਸਾ ਮੇਰਾ ਪੁੱਤਰ ਹੈ, ਤਾਂ ਤੇ ਅਕਾਲ ਪੁਰਖ, ਗੁਰੂ ਤੇ ਸਿੱਖ ਦੇ ਵਿੱਚ ਕੋਈ ਭੇਦ ਨਹੀਂ ਰਹਿ ਗਿਆ। ਕੋ ਸਤਿਗੁਰ ਤਿੰਨੇ ਇੱਕੋ ਹੀ ਸਰੂਪ ਹੈ, ਇੱਕੋ ਹੀ ਅੰਸ਼ ਹੈ। ਪਰ ਇਹ ਰੌਲਾ ਨਹੀਂ ਪਾਉਣਾ ਕਿ ਮੈਂ ਰੱਬ ਹਾਂ, ਇਹ ਗੱਲ ਮੰਨਣੀ ਆ ਅੰਦਰ, ਕਹਿਣਾ ਨਹੀਂ ਮੈਂ ਰੱਬ ਹਾਂ, ਉੱਥੇ ਰਹਿਣਾ ਹੈ ਨਿਮਰਤਾ ਦੇ ਵਿੱਚ। ਇਹ ਗੱਲ ਸਮਝਣੀ ਹੈ। ਈਸ਼ਰ ਬ੍ਰਹਮਾ ਵਿਸ਼ਨੂੰ ਰੁਦਰ ਕਹੋ, ਮੂਰਤ ਧਾਰੀ ਤ੍ਰਿਦਾ ਅਨੂਪ, ਇਹ ਤਿੰਨੇ ਮੂਰਤੀਆਂ ਉਸੇ ਦੀਆਂ ਹਨ। ਚਲੋ ਵੇਦਾਂ ਵਿੱਚ ਨਾਮ ਰੱਖ ਦਿੱਤੇ ਬ੍ਰਹਮਾ ਵਿਸ਼ਨੂੰ ਮਹੇਸ਼, ਪਰ ਗੁਰਮਤਿ ਨੇ ਇਹਦਾ ਅਸਲੀ ਰੂਪ ਦੱਸਿਆ ਤਾਂ ਕੀ ਦੱਸਿਆ? ਅੱਗ ਪਾਣੀ ਤੇ ਹਵਾ। ਕੋ ਸਤਿਨਾਮ। ਸਾਚੇ ਤੇ ਪਵਨ ਭਇਆ, ਪਵਨ ਕੇ ਜਲ ਹੋਏ, ਜਲ ਤੇ ਤ੍ਰੈ ਪਵਨ ਸਾਜਿਆ, ਘਟ ਘਟ ਜੋਤ ਸਮੋਏ। ਜੋਤ ਹੈ ਜਿਹੜੀ ਇਹ ਅਗਨੀ ਸਰੂਪ ਹੈ, ਪਰਮੇਸ਼ਰ ਦੀ ਅੰਸ਼ ਹੈ। ਇਸ ਕਰਕੇ ਇਹ ਤਿੰਨੇ ਰੂਪ ਪਰਮੇਸ਼ਰ ਤੋਂ ਪੈਦਾ ਹੋਏ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ। ਬ੍ਰਹਮਾ ਦਾ ਕੰਮ ਹੈ ਦੁਨੀਆ ਸਾਜਣੀ, ਤੇ ਬ੍ਰਹਮਾ ਜਿਹੜਾ ਉਹ ਪਾਣੀ ਦਾ ਸਰੂਪ ਹੈ। ਕੋ ਸਤਿਨਾਮ। ਇਸੇ ਤਰ੍ਹਾਂ ਹੀ ਹਵਾ ਦਾ ਕੰਮ ਹੈ ਜੀਵਾਂ ਨੂੰ ਸਵਾਸ ਦੇਣੇ, ਇਹਦੇ ਵਿੱਚ ਸਾਡੀ ਖੁਰਾਕ ਹੈ ਸਾਰਿਆਂ ਦੀ। ਤੇ ਈਸ਼ਰ ਦਾ ਕੰਮ ਹੈ, ਭਾਵ ਵਿਸ਼ਨੂੰ ਦਾ ਕੰਮ ਹੈ ਦੁਨੀਆ ਨੂੰ ਪਾਲਣਾ। ਉਹਨਾਂ ਨੇ ਵੇਦਾਂ ਵਾਲਿਆਂ ਨੇ ਵਿਸ਼ਨੂੰ ਲਿਖਿਆ, ਸਤਿਗੁਰਾਂ ਨੇ ਇਹਨੂੰ ਸਵਾਸ ਲਿਖਿਆ। ਇਸੇ ਤਰ੍ਹਾਂ ਹੀ ਪਾਤਸ਼ਾਹ ਜੀ ਅੱਗੇ ਲਿਖਦੇ ਹਨ ਅਗਨੀ, ਤੇ ਉਹਨਾਂ ਨੇ ਮਹੇਸ਼ ਲਿਖਿਆ, ਅਗਨੀ ਸਰੂਪ ਹੈ ਉਹ। ਤੇ ਇਧਰ ਅਗਨੀ ਓਰੀਜਨਲ ਤੱਤ ਕੱਢ ਕੇ ਬਾਹਰ ਰੱਖਦਾ ਵੀ ਆਹ ਨਹੀਂ ਅਸਲ ਵਿੱਚ ਜਿਹਨਾਂ ਦੀਆਂ ਤੁਸੀਂ ਮੂਰਤੀਆਂ ਬਣਾਈ ਬੈਠੇ ਹੋ, ਮੂਰਤੀਆਂ ਨਹੀਂ ਹੈਗਾ। ਕੋਈ ਸਤਿਨਾਮ। ਇਸ ਤਰ੍ਹਾਂ ਇਹ ਸਾਰੇ ਸਰੂਪ ਪਰਮੇਸ਼ਰ ਨੇ ਧਾਰਨ ਕੀਤੇ ਹਨ। ईश्वर जीव एक न जानो, द्वै तुरिया ही इनको रूप। ਬ੍ਰਹਮ ਸਰੂਪ ਸੋ ਤੁਰਿਆ ਜਾਨੋ। ਇਹ ਤਿੰਨੇ ਰੂਪ ਬਾਹਰ ਧਾਰਨ ਕਰ ਲਏ, ਜਿਵੇਂ ਆਪਣੇ ਅਨੇਕਾਂ ਰੂਪ ਹੈ, ਪਰ ਸਾਰਿਆਂ ਦੇ ਵਿੱਚ ਬ੍ਰਹਮ ਹੈ। ਈਸ਼ਰ ਪਰਮਾ ਵਿਸ਼ਨ ਰੁੱਧ ਕੋ ਮੂਰਤ ਧਾਰੀ ਤ੍ਰਿਦਾ ਨੂੰ। ਮੰਨ ਲਓ ਆ ਸਾਰੇ ਸਰੀਰਾਂ ਦੇ ਰੂਪ ਧਾਰ ਲਏ, ਪਰ ਵਿੱਚ ਸਾਰਿਆਂ ਦੇ ਬ੍ਰਹਮ ਸਰੂਪ ਸੋ ਤੁਰਿਆ ਜੀਵ ਹੈ। ਈਸ਼ਰ ਤੁਰਿਆ ਬ੍ਰਹਮ ਸਰੂਪ। ਤੁਰਿਆ ਅਵਸਥਾ ਵਿੱਚ ਅਸੀਂ ਆਪਣੇ ਆਪ ਨੂੰ ਸੰਸਾਰ ਤੋਂ ਅਲੱਗ ਕਰਕੇ ਪਰਮੇਸ਼ਰ ਦਾ ਰੂਪ ਹੋ ਜਾਂਦੇ ਹਾਂ। ईश्वर जीव एकम जानो, द्वै तुरिया ही इनको रूप। ਔਰ ਈਸ਼ਰ ਤੇ ਜੀਵ ਕਹਿਣ ਨੂੰ ਦੋ ਹਨ ਪਰ ਇੱਕ ਹਨ। ਖਾਲਸਾ ਮੇਰੋ ਰੂਪ ਹੈ, ਖਾਸ ਖਾਲਸੇ ਮੈਂ ਹੋ ਕਰੋ ਨਿਵਾਸ। ਸਤਿਗੁਰੂ ਅੰਗਦ ਦੇਵ ਜੀ ਨੂੰ ਨਮਸਕਾਰ ਕੀਤੀ ਬਾਬੇ ਨਾਨਕ ਨੇ ਆਖਰੀ ਸਮੇਂ ਗੁਰਤਾ ਗੱਦੀ ਦੀ ਬਖਸ਼ਿਸ਼ ਕਰਨ ਵੇਲੇ। ਔਰ ਲਹਿਣਾ ਦੀ ਤਰਬਤ ਦੇ ਪਿੱਛੇ ਹਟਿਓ ਹੋ ਮਹਾਰਾਜੇ ਕੀ ਕਰਤਾ। ਕਹਿੰਦੇ ਕਿਉਂ ਤੁਸੀਂ ਮੈਨੂੰ ਮੱਥਾ ਕਿਉਂ ਟੇਕਿਆ? ਕਹਿੰਦੇ ਤੂੰ ਰੋਜ਼ ਹੀ ਟੇਕਦਾ ਸੀ, ਜੇ ਮੈਂ ਟੇਕਦਾ ਫਿਰ ਕੀ ਹੋ ਗਿਆ? ਕਹਿੰਦੇ ਨਹੀਂ ਜੀ ਨਹੀਂ, ਲਹਿਣਾ ਤਾਂ ਮੱਥਾ ਟੇਕ ਸਕਦਾ, ਨਾਨਕ ਨਹੀਂ ਟੇਕ ਸਕਦਾ। ਤੇ ਪਾਤਸ਼ਾਹ ਕਹਿੰਦੇ ਫਿਰ ਮੈਂ ਅੱਜ ਤੋਂ ਲਹਿਣਾ ਹੋਇਆ ਤੇ ਤੂੰ ਨਾਨਕ ਹੋਇਆ। ਕੋਈ ਸਤਿਨਾਮ। ਭਾਵ ਨਾਨਕ ਦੇ ਲਹਿਣੇ ਵਿੱਚ ਵੀ ਕੋਈ ਫਰਕ ਨਹੀਂ ਰਿਹਾ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰੂ ਅਵਤਾਰ, ਜਗਮਗ ਜੋਤ ਵਿਰਾਜ ਰਹੀ। ਸ਼੍ਰੀ ਗੁਰੂ ਗ੍ਰੰਥ ਵਿਚਾਰ ਇਹ ਵੀ ਦੋਹਰਾ ਹੈ ਤੇ ਇਹ ਵੀ ਹੈ। ਜਗਮਗ ਜੋਤ ਵਿਰਾਜ ਰਹੀ ਸ਼੍ਰੀ ਅਬਚਲ ਨਗਰ ਮਝਾਰ। ਉੱਥੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਲੀਨ ਕੀਤਾ। ਹੋ ਸਤਿਨਾਮ। ਨਾਨਕ ਜੀ ਦਾ ਹੀ ਦੂਸਰਾ 10ਵਾਂ ਸਰੂਪ ਗੁਰੂ ਗੋਬਿੰਦ ਸਿੰਘ ਜੀ। ਔਰ ਉਹਨਾਂ ਨੇ ਆਖਰੀ ਸਮੇਂ ਆਪਣਾ ਸਰੂਪ ਕਿਹੜਾ ਦੱਸਿਆ? ਮੇਰਾ ਰੂਪ ਗ੍ਰੰਥ ਜੀ ਜਾਣ, ਇਸ ਮੈਂ ਭੇਦ ਨਾ ਰੰਚ ਕਮਾਨ। ਜੋ ਮੁਝ ਬਚਨ ਕਰਨ ਕੀ ਚਾਹੇ, ਗ੍ਰੰਥ ਵਿਚਾਰ ਸੁਣੋ ਚਿਤ ਲਾਏ। ਆਤਮਾ ਗ੍ਰੰਥ ਤੇ ਸਰੀਰ ਮੇਰਾ ਪੰਥ ਜਾਣੋ। ਤੇ ਗ੍ਰੰਥ ਸਾਹਿਬ ਦੇ ਵਿੱਚ ਕੀ ਹੈ? ਬਾਣੀ। ਬਾਣੀ ਕੀ ਹੈ? ਸੂਖਮ ਪਰਮੇਸ਼ਰ ਦੀ ਤੁਰੀ ਅਵਸਥਾ ਵਾਲਾ ਸੂਖਮ ਸਰੂਪ ਚੇਤਨਾ। ਗੁਰੂਆਂ ਦੀ ਚੇਤਨਾ ਸਾਖੀ ਬਾਣੀ ਦੇ ਵਿੱਚ ਹੈ। ਤੇ ਬਾਣੀ ਦਾ ਦੂਸਰਾ ਸਰੂਪ ਇੱਕ ਹੋਰ ਦੱਸਿਆ ਬਾਣੀ ਵਿੱਚ ਹੀ, ਬਾਹੋ ਬਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਤੇ ਫਿਰ ਰੱਬ ਕੀ ਹੋ ਗਿਆ? ਸ਼ਬਦ। ਕੋ ਸਤਿਨਾਮ। ਸ਼ਬਦ ਦੇ ਵਿੱਚੋਂ ਆਪਾਂ ਸਾਰੇ ਨਿਕਲੇ ਆ। ਸਾਚੇ ਤੇ ਪਵਨਾ ਪਿਆ, ਪਵਨਾ ਤੇ ਜਲ ਹੋਏ। ਸ਼ਬਦ ਹੈ ਧਰਤੀ, ਸ਼ਬਦ ਹੈ ਆਕਾਸ਼, ਸ਼ਬਦ ਹੈ ਸ਼ਬਦ ਭਇਆ ਪ੍ਰਕਾਸ਼। ਸਗਲ ਸਮਗਰੀ ਸ਼ਬਦ ਕੇ ਪਾਛੈ, ਨਾਨਕ ਸ਼ਬਦ ਘਟਿਆ ਕਦੇ ਆਛੈ। ਸ਼ਬਦ ਨੇ ਇਹ ਸਰੀਰ ਬਣਾਏ ਤੇ ਵਿੱਚ ਬੈਠ ਕੇ ਸ਼ਬਦ ਬੋਲਣ ਲੱਗੇ। ਆਖੋ ਸਤਿਨਾਮ।
ਘੁਮਿਆਰ ਨੇ ਘੜੇ ਬਣਾਏ ਪਰ ਘੁਮਿਆਰ ਘੜਿਆਂ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ। ਸੁਨਿਆਰੇ ਨੇ ਗਹਿਣੇ ਬਣਾਏ ਪਰ ਸੁਨਾਰਾ ਗਹਿਣਿਆਂ ਵਿੱਚ ਨਹੀਂ ਪ੍ਰਵੇਸ਼ ਕਰ ਸਕਦਾ। ਪਰਮੇਸ਼ਰ ਨੇ ਸਾਨੂੰ ਬਣਾਇਆ ਪਰ ਵਿੱਚ ਹੀ ਆ ਬੈਠ ਗਿਆ। ਕੌਣ ਸਤਿਗੁਰੂ? ਸ਼ਬਦ ਨੇ ਸਾਨੂੰ ਬਣਾਇਆ ਤੇ ਸ਼ਬਦ ਵਿੱਚੋਂ ਬੋਲਣ ਲੱਗੇ। ਇਸ ਕਰਕੇ ਬਾਣੀ ਕਹਿੰਦੀ ਸ਼ਬਦ ਕੋ ਚੀਨ ਭਾਈ, ਸ਼ਬਦ ਕੋ ਖੋਜ ਭਾਈ। ਸ਼ਬਦ ਦੀ ਜਾਣਕਾਰੀ ਲੈ, ਗੁਰਬਾਣੀ ਨੂੰ ਜਾਣ। ਸ਼ਬਦ ਕੇ ਚਾਨਣੇ ਇੱਕ ਵਸਤ ਪਾਈ। ਤੇ ਨਾਲੇ ਅੱਗੇ ਸੁਣ ਲੋ, ਸ਼ਬਦ ਨਾ ਜਾਣੈ ਸੇ ਅੰਨੇ ਬੋਲੇ, ਸੇ ਕਿਤੇ ਆਏ ਸੰਸਾਰਾ। ਸ਼ਬਦ ਗੁਰ ਪੀਰਾ ਗਹਿ ਗੰਭੀਰਾ, ਬਿਨ ਸ਼ਬਦ ਹੈ ਜਗ ਔਰ ਆਨੰਦ। ਬੱਚੇ ਦੇ ਜਨਮ ਤੋਂ ਬਗੈਰ ਅਸੀਂ ਚਾਹੁੰਦੇ ਹਾਂ ਕਿ ਸ਼ਬਦ ਪੈਦਾ ਹੋਵੇ, ਚਾਹੇ ਰੋਈ ਪਵੇ, ਚਾਹੇ ਉਹਨੇ ਰੋਕੇ ਚੀਕੀ ਮਾਰੀ ਆ, ਪਰ ਆਵਾਜ਼ ਤਾਂ ਆ ਗਈ ਨਾ। ਕੋਈ ਸਤਿਨਾਮ ਅੱਗੇ ਜਾ ਕੇ ਸਾਫ਼ ਹੋ ਜਾਂਦੀ ਹੈ। ਜਿਵੇਂ ਜਿਵੇਂ ਅੱਖਰ ਸਿੱਖਦਾ ਸ਼ਬਦ ਬਣਨੇ ਸ਼ੁਰੂ ਹੋ ਜਾਂਦੇ ਆ। ਪਰ ਜਿੰਨਾ ਚਿਰ ਬੱਚਾ ਰੋਵੇ ਨਾ, ਪਰਿਵਾਰ ਨੂੰ, ਡਾਕਟਰਾਂ ਨੂੰ ਫਿਕਰ ਹੁੰਦਾ ਹੈ ਵੀ ਇਹ ਚ ਹਜੇ ਸ਼ਬਦ ਨਹੀਂ ਆਇਆ। ਕੋਈ ਸਤਿਨਾਮ ਆਵਾਜ਼ ਨਹੀਂ ਆਈ ਹੈ। ਇਸ ਕਰਕੇ ਪ੍ਰੀਤਮ ਜੀ ਕਹਿੰਦੇ ਈਸ਼ਵਰ ਜੀਵ ਏਕ ਐਮ ਜਾਨੋ, ਰੱਬ ਤੇ ਜੀਵ ਵਿੱਚ ਕੋਈ ਫਰਕ ਨਹੀਂ। ਦਵੈ ਦੋਨੇ ਇੱਕੋ ਹੀ ਆ, ਤੁਰਿਆ ਹੀ ਇੱਕੋ ਰੂਪ। ਇਹ ਦੋਨੇ ਤੁਰਿਆ ਅਵਸਥਾ ਵਿੱਚ ਜਾ ਕੇ ਇੱਕ ਹੋ ਜਾਂਦੇ ਹਨ। ਕਤ ਤਪੱਸਿਆ ਜਬ ਹਮ ਭਇਓ ਦਵੈ ਤੇ ਇੱਕ ਰੂਪ ਹੋ ਗਇਓ। ਜਿੱਤੇ ਉਹ ਹੋ ਗਏ ਸੋਡਾ ਉੱਠਣ ਨੂੰ ਜੀ ਨਹੀਂ ਕਰਨਾ। ਜਿੱਥੇ ਵੀ ਬੈਠੇ ਹੋਗੇ, ਜਿੱਥੇ ਵੀ ਬੈਠੇ ਕਿਤੇ ਵੀ ਹੋ ਸਕਦੇ ਹੋ। ਜੇ ਤੁਸੀਂ ਚੱਲੇ ਹੋ ਇਸ ਰਸਤੇ ਤੇ, ਪਤਾ ਨਹੀਂ ਕਿੱਥੇ ਬੈਠੇ ਬੈਠੇ ਤੁਹਾਡੀ ਲੱਗ ਜੇ ਪਰਮੇਸ਼ਰ ਨਾਲ। ਸ਼ਾਇਦ ਤੁਹਾਨੂੰ ਕੋਈ ਆ ਕੇ ਬੁਲਾ ਕੇ ਹਿਲਾ ਕੇ ਉਠਾ ਦੇਵੇ, ਪਰ ਤੁਸੀਂ ਬੜੇ ਦੁਖੀ ਹੋਵੋਗੇ ਜਦੋਂ ਤੁਹਾਨੂੰ ਕੋਈ ਡਿਸਟਰਬ ਕਰੇਗਾ ਆ ਕੇ ਉੱਠਣ ਵਾਸਤੇ। 10ਵੇਂ ਪਾਤਸ਼ਾਹ ਕਹਿੰਦੇ ਮੇਰਾ ਉੱਠਣ ਨੂੰ ਜੀ ਨਹੀਂ ਸੀ ਕਰਦਾ ਜਿੱਦਣ ਮੈਂ ਉਹਦੇ ਨਾਲ ਇੱਕਮਿਕ ਹੋ ਗਿਆ, ਤੁਰਿਆ ਅਵਸਥਾ ਦੇ ਵਿੱਚ ਜਾ ਕੇ। ਕਰਤ ਤਪੱਸਿਆ ਜਵਾਂ ਭਇਓ ਦਵੈ ਤੇ ਇੱਕ ਰੂਪ ਹੋਏ ਗਇਓ। ਚਿਤ ਨ ਭਇਓ ਹਮਰੋ ਆਵਣ ਕੈ, ਚੁਭੀ ਰਹੀ ਸੁਤ ਪ੍ਰਭ ਚਰਨਨ ਮਹਿ। ਐਸਾ ਉਹਦੇ ਵਿੱਚ ਮਿਲਿਆ। ਈਸ਼ਰ ਜੀਵ ਏਕ ਅਨਜਾਨੋ, ਦਵੈ ਤੁਰਿਆ ਹੀ ਇਨਕੋ ਰੂਪ। ਇਹ ਦੋਨੇ ਇੱਕੋ ਹੀ ਸਰੂਪ ਹਨ। ਸਾਖੀ ਕੋ ਸਰੂਪ ਨਿਰਵਿਕਲਪ ਸੋਈ, ਬ੍ਰਹਮ ਜਾਨ ਸੁਖ ਰੂਪ। ਬਸ ਪਰਮੇਸ਼ਰ ਫੁਰਨੇ ਰਹਿਤ ਹੈ, ਅਸੀਂ ਫੁਰਨਿਆਂ ਵਿੱਚ ਹਾਂ। ਜਿੱਦੇ ਫੁਰਨੇ ਖਤਮ ਕਰ ਲੈ ਤੁਸੀਂ ਰੱਬ ਹੋ ਜਾਓਗੇ। ਕਹੋ ਸਤਿਨਾਮ। ਜਿੱਦੇ ਫੁਰਨੇ ਖਤਮ ਹੋ ਗਏ ਉਦੋਂ ਰੱਬ ਬਣ ਜਾਓਗੇ। ਫੁਰਨੇ ਖਤਮ ਕਰਨੇ ਮੁਸ਼ਕਲ ਹੋਇਆ ਪਿਆ। ਇਹਨਾਂ ਫੁਰਨਿਆਂ ਨੂੰ ਖਤਮ ਕਰ ਸਕਦੇ ਆ ਮੇਰੇ ਪ੍ਰੀਤਮ। ਤੇ ਮਰਨ ਵੇਲੇ ਜਦੋਂ ਕੋਈ ਫੁਰਨਾ ਨਾ ਆਇਆ, ਕੇਵਲ ਤੇ ਕੇਵਲ ਵਾਹਿਗੁਰੂ, ਤੇ ਇਹਨੇ ਇੱਕ ਮਿੰਟ ਵਿੱਚ ਇਹਦੇ ਵਿੱਚੋਂ ਨਿਕਲ ਜਾਣਾ। ਕਈ ਲੋਕ ਕਹਿੰਦੇ ਆ ਕਿਸੇ ਨੂੰ ਮਰਦੇ ਵੇਖ ਕੇ, ਜਦ ਫਲਾਣੇ ਦਾ ਪਤਾ ਨਹੀਂ ਲੱਗਿਆ ਕਿਹੜੇ ਵੇਲੇ ਮਰ ਗਿਆ, ਚੰਗਾ ਭਲਾ ਸੀਗਾ, ਐਂ ਸਰੀਰ ਛੁੱਟ ਗਿਆ ਉਸ ਦਾ। ਗੁਰੂ ਪਿਆਰਿਓ, ਉਹ ਪਰਮੇਸ਼ਰ ਦੀ ਕਿਰਪਾ ਹੁੰਦੀ ਆ। ਕੋਈ ਸਤਿਨਾਮ। ਕਈ ਬੜੇ ਲੰਕਦੇ ਆ, ਤੜਫਦੇ ਆ, ਸਰੀਰ ਛੁੱਟਦਾ ਨਹੀਂ ਉਹਨਾਂ ਦਾ। ਕਈਆਂ ਦਾ ਛਡਾਉਣਾ ਪੈਂਦਾ, ਤੇ ਛਡਾਉਂਦਾ ਕੌਣ ਹੈ ਆਪਾਂ ਤਾਂ ਮਾਰ ਨਹੀਂ ਸਕਦੇ, ਗੁਰਬਾਣੀ ਛਡਾਉਂਦੀ ਆ। ਕੋਈ ਸਤਿਨਾਮ। ਕਈ ਬਜ਼ੁਰਗ ਲੰਕ ਜਾਂਦੇ ਆ। ਪੁਰਾਣੇ ਸਮੇਂ 'ਚ ਲੋਕ ਗੀਤਾ ਸੁਣਾਉਂਦੇ ਸੀਗੇ। ਅੱਜ ਕੱਲ ਜਦੋਂ ਕੋਈ ਬੁੜਾ ਜ਼ਿਆਦਾ ਲੰਬਾ ਸਮਾਂ ਹੋ ਜੇ, ਜ਼ਿਆਦਾ ਘਰ ਵਾਲੇ ਦੁਖੀ ਹੋ ਜਾਂਦੇ ਆ ਵੀ ਨਾ ਉਹ ਠੀਕ ਹੁੰਦਾ, ਨਾ ਮਰਦਾ, ਨਾ ਬਚਦਾ ਹੈ। ਫਿਰ ਉਹ ਕਿਸੇ ਗਿਆਨਥੀ ਨੂੰ ਮਿਲਦੇ ਆ। ਆਪੋ ਆਪਣੇ ਧਰਮ ਮੁਤਾਬਕ ਹਿੰਦੂ ਲੋਕ ਬ੍ਰਾਹਮਣ ਕੋਲੇ ਜਾਂਦੇ ਆ। ਕੋਈ ਸਤਿਨਾਮ। ਸਿਆਣੇ ਲੋਕ ਗ੍ਰੰਥੀ ਕੋਲ ਜਾਂਦੇ ਆ। ਬਾਬਾ ਜੀ ਸਾਡਾ ਬੁੜਾ ਲੰਕਿਆ ਹੋਇਆ, ਛੁੱਟ ਨਹੀਂ ਰਿਹਾ, ਕਾਰਨ ਫੁਰਨੇ ਚੱਲ ਰਹੇ ਆ। ਮੇਰੀ ਜ਼ਮੀਨ ਦਾ ਕੀ ਬਣੂਗਾ, ਮੇਰੇ ਧੀਆਂ ਪੁੱਤਰਾਂ ਦਾ ਕੀ ਬਣੂਗਾ। ਉਹ ਫੁਰਨੇ ਉਹਨੂੰ ਲਮਕਾਈ ਰੱਖਦੇ ਆ। ਸਰੀਰ ਨਹੀਂ ਛੁੱਟਦਾ, ਸਵਾਸ ਚੱਲਦਾ ਰਹਿੰਦਾ, ਮਾੜਾ ਮਾੜਾ ਧੜਕਣ ਚੱਲਦੀ ਰਹਿੰਦੀ ਆ ਫੇਫੜਿਆਂ ਦੀ, ਪਰ ਉਹ ਸਰੀਰ ਤੋਂ ਨਿਕਲ ਨਹੀਂ ਸਕਦਾ। ਕੋਈ ਸਤਿਨਾਮ। ਉਸ ਵੇਲੇ ਫਿਰ ਉਸ ਦੇ ਕੋਲ ਬਾਣੀ ਸੁਣਾਈ ਜਾਂਦੀ ਹੈ। ਜਦੋਂ ਬਾਣੀ ਸੁਣਾਈ ਜਾਂਦੀ ਆ, ਜੇ ਉਹਦਾ ਇੱਕ ਮਿੰਟ ਵੀ ਧਿਆਨ ਸ਼ਬਦ ਵੱਲ ਆ ਗਿਆ, ਉਹਦੀ ਸਰੀਰ ਛੁੱਟ ਜਾਣਾ ਉਹਦਾ। ਕੋਈ ਸਤਿਨਾਮ। ਕਿਉਂਕਿ ਫੁਰਨਿਆਂ ਕਰਕੇ ਫਸਿਆ ਹੈ, ਅਵਰ ਅਵਸਥਾ ਨਾਲ ਨਿਕਲ ਸਕਦਾ ਹੈ। ਤਾਂ ਤੇ ਕਈ ਵਾਰੀ ਐਸੀ ਘਟਨਾ ਵੀ ਘਟਦੀ ਆ। ਸਾਖੀ ਕੋ ਸਰੂਪ ਨਿਰਵਿਕਲਪ, ਜਿਹੜਾ ਸਾਡਾ ਸਾਖੀ ਭਾਵ ਆਤਮਾ ਹੈ, ਚੇਤਨਾ ਹੈ, ਇਹ ਫੁਰਨਿਆਂ ਰਹਿਤ ਹੋਣੀ ਚਾਹੀਦੀ ਆ। ਸੋਈ ਬ੍ਰਹਮ ਜਾਨ ਸੁਖ ਰੂਪ, ਉਹ ਹੀ ਪਰਮੇਸ਼ਰ ਹੈ, ਸੁਖ ਸਰੂਪ ਹੈ, ਆਨੰਦ ਹੈ ਨੀ ਦੋਹਰਾ।
सो ब्रह्म कह सो मिलियो न है न्यारो न कह साथ। ਉਹ ਜਿਹੜਾ ਬ੍ਰਹਮ ਹੈ ਉਹ ਨਾ ਕਿਸੇ ਦੇ ਨਾਲ ਹੈ ਨਾ ਕਿਸੇ ਤੋਂ ਨਿਆਰਾ ਹੈ। ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ। ਜਦੋਂ ਨੂੰ ਸਮਝ ਆ ਗਈ ਮੈਂ ਗੁਰੂਆਂ ਦੀ ਕੀ ਗੱਲ ਕਰਾਂ, ਉਹਨਾਂ ਦੀ ਬਰਾਬਰੀ ਤਾਂ ਹੋ ਹੀ ਨਹੀਂ ਸਕਦੀ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਛੋਟੇ ਪੁੱਤਰ ਨੇ ਇਹ ਘਟਨਾ ਘਟਾ ਦਿੱਤੀ। ਖੱਤਰੀਆਂ ਦਾ ਮੁੰਡਾ ਜਿਉਂਦਾ ਕਰਦਾ, ਉਹ ਤਾਂ ਕੁਦਰਤੀ ਗਿਆ, ਕਿਉਂਕਿ ਪਰਮੇਸ਼ਰ ਜਿਹੜਾ ਸਤਿਗੁਰਾਂ ਦੀ ਜ਼ੁਬਾਨ ਤੇ ਵਸਦਾ ਹੈ ਔਰ ਉਹ ਜਿਹੜੀ ਤਤ ਅਵਸਥਾ ਹੈ ਨਾ ਉਹ ਉਹਨਾਂ ਦੇ ਪਰਿਵਾਰ ਵਿੱਚ ਵੀ ਆ ਜਾਂਦੀ ਹੈ। ਕੋਈ ਸਤਿਨਾਮ। ਤੇ ਬਾਬਾ ਅਟਲ ਰਾਏ ਸ਼ਾਮਾਂ ਨੂੰ ਬੱਚਿਆਂ ਨਾਲ ਖੇਡ ਕੇ ਹਟਿਆ ਤੇ ਕਹਿੰਦੇ ਚਲੋ ਬੰਦ ਕਰੋ ਵੀ ਖੇਡ, ਹੁਣ ਖੁਦੋ ਖੁਦੀ ਦੀ ਖੇਡ ਬੰਦ ਕਰੋ, ਤੇਰੇ ਸਿਰ ਵਾਰੀ ਰਹਿ ਗਈ ਤੇ ਇੱਥੋਂ ਕੱਲ ਨੂੰ ਖੇਡ ਸ਼ੁਰੂ ਕਰਾਂਗੇ। ਕੋਈ ਸਤਿਨਾਮ। ਦੂਜੇ ਦਿਨ ਫਿਰ ਬੱਚੇ ਇਕੱਠੇ ਹੋਏ, ਕਹਿੰਦੇ ਉਹ ਨਹੀਂ ਆਇਆ ਜਿਹਦੀ ਸਰਵਾਰੀ ਸੀ। ਉਹ ਬੱਚੇ ਕਹਿੰਦੇ ਉਹ ਤਾਂ ਰਾਤ ਹੀ ਮਰ ਗਿਆ, ਹੁਣ ਸੱਪ ਲੜ ਗਿਆ। ਐ ਕਿਵੇਂ ਮਰ ਗਿਆ, ਵਾਰੀ ਨਹੀਂ ਦੇ ਕੇ ਗਿਆ ਆਪਦੀ। ਉਹ ਚਲੋ ਜਾਈਏ ਸੱਦ ਕੇ। ਬੱਚੇ ਇਕੱਠੇ ਹੋ ਕੇ ਘਰੇ ਪਹੁੰਚ ਗਏ। ਗਾਂ ਲੋਕ ਥੱਲੇ ਬੈਠੇ, ਸਾਰਾ ਪਰਿਵਾਰ ਥੱਲੇ ਬੈਠਾ, ਬੱਚਾ ਲੰਬਾ ਪਿਆ ਵਿਹੜੇ ਚ। ਬਾਬਾ ਟਲ ਰਹੇ ਆਪਣੀ ਮਸਤੀ ਵਿੱਚ ਗਏ, ਕੋਈ ਖਿਆਲ ਨਹੀਂ ਸੀਗਾ। ਪਰ ਪ੍ਰਭੂ ਜੀ ਬਸੇ ਸਾਧਕੀ ਰਸਨਾ, ਜਿੱਥੇ ਗੁਰੂ ਦੇ ਵਿੱਚ ਵਸਦਾ ਉੱਥੇ ਉਹਨਾਂ ਦੀ ਵੰਸ਼ ਵਿੱਚ ਵੀ ਆ ਜਾਂਦੀ ਹੈ ਤਾਕਤ। ਕੋ ਸਤਨਾਮ। ਕੀ ਹੋ ਗਿਆ ਇਹਨੂੰ? ਬੈਠੇ ਲੋਕ ਜਾਂ ਪਰਿਵਾਰ ਵਾਲੇ ਕਹਿਣ ਲੱਗੇ ਬਾਬਾ ਜੀ ਇਹ ਮਰ ਗਿਆ। ਐ ਕਿਵੇਂ ਮਰ ਗਿਆ? ਇਹਦੇ ਸਿਰ ਵਾਰੀ ਸੀ ਸਾਡੀ। ਖੁੱਡੀ ਗੱਲ ਪਿਆ ਕਹਿੰਦਾ ਖੜਾ ਹੋਏ ਵਾਰੀ ਦੇ, ਕਿਵੇਂ ਲੰਬਾ ਪਿਆ ਸੋਤਾ। ਇੰਨਾ ਕਹਿਣ ਦੀ ਦੇਰ ਸੀ ਉਹ ਬੱਚਾ ਜਿਉਂਦਾ ਹੋ ਗਿਆ। ਕੋ ਸਤਨਾਮ। ਜਿਉਂਦਾ ਹੋ ਗਿਆ ਤੇ ਖੜਾ ਹੋ ਗਿਆ ਤੇ ਬੱਚਿਆਂ ਨਾਲ ਭੱਜ ਗਿਆ ਖੇਡਣ। ਇਹ ਗੱਲ ਨਗਰ ਵਿੱਚ ਫੈਲ ਗਈ ਵੀ ਬਾਬੇ ਟਲ ਰਾਏ ਨੇ ਫਲਾਣਿਆਂ ਦਾ ਖੱਤਰੀਆਂ ਦਾ ਮੁੰਡਾ ਜਿਉਂਦਾ ਕਰਤਾ। ਤੇ ਗੱਲ ਸ਼ਾਮ ਤੱਕ ਪਹੁੰਚਦੀ ਹਰਗੋਬਿੰਦ ਸਾਹਿਬ ਤੱਕ ਵੀ ਪਹੁੰਚ ਗਈ। ਹਰਗੋਬਿੰਦ ਸਾਹਿਬ ਜੀ ਅਕਾਲ ਤਖਤ ਤੇ ਸੰਗਤਾਂ 'ਚ ਬੈਠੇ ਆ ਤੇ ਜਦੋਂ ਇਹ ਟਲ ਰਾਏ ਜੀ ਉਹਨਾਂ ਦੇ ਕੋਲ ਜਾ ਕੇ ਨਮਸਕਾਰ ਕਰਦੇ ਆ, ਬਾਦਸ਼ਾਹ ਕਹਿੰਦੇ ਚੰਗਾ ਨਹੀਂ ਕੀਤਾ ਤੂੰ। ਕੀ ਹੋ ਗਿਆ ਬਾਪੂ ਜੀ? ਕਹਿੰਦੇ ਤੈਨੂੰ ਕਿਹਨੇ ਕਿਹਾ ਸੀਗਾ ਖੱਤਰੀਆਂ ਦਾ ਮੁੰਡਾ ਜਿਉਂਦਾ ਕਰਨ ਨੂੰ? ਕਹਿੰਦੇ ਜੀ ਮੈਨੂੰ ਕੀ ਪਤਾ ਵੀ ਉਹ ਕਰਿਆ ਹੋਇਆ, ਮੈਂ ਤਾਂ ਵੈਸੇ ਹੀ ਕਹਿਤਾ ਉਹ ਖੜਾ ਹੋ ਗਿਆ। ਕਹਿੰਦੇ ਨਹੀਂ, ਹੁਣ ਉਹਦੇ ਥਾਂ ਤੇ ਵਾਰੀ ਦੇਣੀ ਪਊ। ਜਿਵੇਂ ਤੂੰ ਉਹ ਤੋਂ ਵਾਰੀ ਲਈ ਆ, ਹੁਣ ਉਹਦੇ ਥਾਂ ਤੇ ਵਾਰੀ ਮੌਤ ਵਾਲੀ ਕੌਣ ਦੇਊਗਾ? ਤੂੰ ਦੇਵੇਂਗਾ ਕਿ ਮੈਂ ਦੇਊਂਗਾ? ਜਾਂ ਤਾਂ ਉਹਦੇ ਥਾਂ ਤੇ ਤੂੰ ਸੀਟ ਛੱਡ ਦੇ, ਨਹੀਂ ਫਿਰ ਮੈਂ ਛੱਡੂਗਾ। ਨਹੀਂ ਤਾਂ ਫਿਰ ਬਾਪੂ ਕਹਿੰਦਾ ਚਲ ਕੋਈ ਗੱਲ ਨਹੀਂ, ਹੋ ਗਿਆ ਤਾਂ ਹੋ ਗਿਆ, ਆਪਣਾ ਮੁੰਡਾ ਥੋੜਾ ਹੀ ਮਾਰਨਾ। ਕੋਈ ਸਤਿਨਾਮ ਸੀ ਭਾਰ ਜਿਹਨੇ ਬ੍ਰਹਮ ਨੂੰ ਜਾਣ ਲਿਆ ਉਹਦੇ ਵਾਸਤੇ ਸਾਰੇ ਬਰਾਬਰ ਆ। ਉਹਦੇ ਵਾਸਤੇ ਕੋਈ ਆਪਣਾ ਜਾਂ ਬਗਾਨਾ ਨਹੀਂ ਹੈ। ਕੋਈ ਸਤਿਨਾਮ ਸੀ। ਤੇ ਬਾਬਾ ਅਟਲ ਰਾਏ ਜੀ ਕਹਿਣ ਲੱਗੇ ਜੀ ਠੀਕ ਆ, ਫਿਰ ਇਹ ਮੈਥੋਂ ਗਲਤੀ ਹੋਈ ਆ, ਫਿਰ ਉਹਦੇ ਥਾਂ ਤੇ ਮੈਂ ਹੀ ਸਰੀਰ ਛੱਡਾਂਗਾ ਹੁਣ। ਤੇ ਜਿਹੜਾ ਬੀਬੀ ਕੌਲਾਂ ਦਾ ਟੋਭਾ ਹੈ, ਭਾਵ ਹੁਣ ਸਰੋਵਰ ਬਣਿਆ ਹੋਇਆ, ਨਾਮ ਉਸ ਗੁਰੂ ਘਰ ਦਾ ਹਜੇ ਵੀ ਕੌਲਾਂ ਦਾ ਟੋਭਾ ਹੈ। ਕੋਈ ਸਤਿਨਾਮ। ਉੱਥੇ ਜਾ ਕਰਕੇ ਉਹ ਸਰੋਵਰ ਦੇ ਕਿਨਾਰੇ 'ਚ ਬੈਠੇ, ਇਸ਼ਨਾਨ ਕੀਤਾ, ਚੌਂਕੜਾ ਮਾਰਿਆ, ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਤੇ ਸ਼ਲੋਕ ਕਹਿੰਦੇ ਕਹਿੰਦੇ ਲੰਮੇ ਪੈ ਗਏ ਤੇ ਸਰੀਰ ਛੁੱਟ ਗਿਆ। ਕੋਈ ਸਤਿਨਾਮ। ਉੱਡ ਗਿਆ ਬਹੁਤ। ਤੋ ਇਸ ਤਰ੍ਹਾਂ ਜਿਨ੍ਹਾਂ ਨੇ ਬ੍ਰਹਮ ਨੂੰ ਜਾਣ ਲਿਆ, ਸੋ ਬ੍ਰਹਮ ਕਹਿ ਸਿਓ ਮਿਲਿਓ ਨਹੀਂ, ਨਿਆਰੋ ਨਹੀਂ ਕੇ ਸਾਥ। ਉਹ ਨਾ ਕਿਸੇ ਦੇ ਨਾਲ ਹੈ ਨਾ ਕਿਸੇ ਤੋਂ ਅਲੱਗ ਹੈ, ਉਹ ਸਾਰਿਆਂ ਦੇ ਨਾਲ ਹੈ, ਸਾਰਿਆਂ ਤੋਂ ਅਲੱਗ ਹੈ। ਦਿਨ ਬਕਲਪ ਸੋ ਬ੍ਰਹਮ ਹੈ ਉਰਜਨਾਏ ਗੁਰਨਾਥ। ਉਹ ਜਿਹੜਾ ਬ੍ਰਹਮ ਹੈ ਉਹ ਕਿਸੇ ਫੁਰਨੇ ਵਿੱਚ ਨਹੀਂ ਆ, ਉਹ ਫੁਰਨਿਆਂ ਤੋਂ ਬਾਹਰ ਹੈ। ਇਹ ਹਿਰਦੇ ਤੋਂ ਹਿਰਦੇ ਤੱਕ ਗੁਰੂ ਨੇ ਜਨਾਇਆ। ਭਾਈ ਦਇਆ ਸਿੰਘ ਜੀ ਦੱਸ ਰਹੇ ਨੇ ਇਹ ਗੱਲ, ਸਾਨੂੰ ਸਤਿਗੁਰਾਂ ਨੇ ਦੱਸਣੀ ਕੀਤੀ ਹੈ। ਬ੍ਰਹਮ ਰੂਪ ਆਨੰਦ ਹੈ ਆਨੰਦ ਸੋ ਬ੍ਰਹਮ ਰੂਪ। ਬਸ ਦੁਨੀਆ ਆਨੰਦ ਭਾਲਦੀ ਫਿਰਦੀ ਆ, ਆਨੰਦ ਨਹੀਂ ਮਿਲਿਆ ਕਿਸੇ ਨੂੰ। ਆਨੰਦ ਹੀ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ ਆਨੰਦ ਸਵਾ ਗੁਰ ਤੇ ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵਿਖ ਕੱਟੇ ਕਿਲ ਵਿਖ ਆਈ ਫੁਰਨੇ ਭਰਮ ਭੁਲੇਖੇ। ਦੋਦਾ ਦੁਈ ਦਵੈਤ ਈਰਖਾ ਨਿੰਦਿਆ ਚੁਗਲੀ, ਗੁਰੂ ਨੇ ਅੱਖਾਂ ਦੇ ਵਿੱਚੋਂ ਇਹ ਜਾਲਾ ਕੱਢ ਦਿੱਤਾ। ਕੋ ਸਤਿਨਾਮ। ਸੁਰਤੀ ਚੋਂ ਚੇਤਨਾ ਚੋਂ ਇਹ ਜਾਲਾ ਕੱਢ ਦਿੱਤਾ ਸਾਡੇ ਨੂੰ। ਪ੍ਰੀਤਮ ਜੀ ਕਹਿੰਦੇ ਬ੍ਰਹਮ ਰੂਪ ਆਨੰਦ ਹੈ, ਆਨੰਦ ਸੋ ਬ੍ਰਹਮ ਸਰੂਪ। ਜਿਹ ਜਾਣੇ
जिस जाने बंधन कटै मिटे अंध तब कूप। बस जिद्दे दी समझ आ गई ओदी अज्ञानता दे हनेरी चों निकल के परमेश्वर दा रूप हो जाओगे। और फिर बजदे बाजे हाँ गुसाई दा पहलवानड़ा मैं गुरमिल उच्च दुमालड़ा सब होई छिंज इकट्ठिया दयो बैठा वेखै आप जियो वात वजन टमक भेड़ियां मल लथे लैंदे फेरियां निहत्ते पंज जवान मैं गुर थापी दिती कंड जियो। ओ सतनाम जिद्दे गुरु दा थापड़ा मिल गया ओदे पंजे इन्हां मल्लां नूं ढा के जीव परमेश्वर दे विच मिल जांदा है। अगले विचार काल दे दीवाना में सफर करांगे। हुण इत्थे रोकण दी आग्या बख्शो। बोलदियां ने अखर बार घाट हो जांदे सिख संगतां दे सतगुरु बख्शण जोग है बख्श लेना जी। समाप्ति करिए। हे अच्युत हे पार ब्रह्म हे अविनाशी अगनास हे पूरन हे सर्वमय गुणदास हे संगी हे निरंकार हे निर्गुण गुण सब टेक हे गोविंद हे गुण निधान जाके सदा विवेक हे अपरंपर हर हरे ऐसे हो बनहार हे संत के सदा संग दीदारा आधार हे ठाकुर हौ दास रो मैं निर्गुण गुण नहीं कोई नानक दीजै नाम दान ये परोए आए प्रभु शरणागति कृपा नित दयाल एक अखर हर मन बसत नानक होत निहाल एक ओंकार सतगुरु हे प्रसाद सच हुए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए वाहिगुरु जी का खालसा